ਹਾਲੇਲੂਇਆ। ਧੰਨਵਾਦ ਹੋ ਪਰਮੇਸ਼ਰ ਦਾ ਕਿ ਖੁਦਾਵੰਦ ਖੁਦਾ ਨੇ ਸਾਨੂੰ ਲਾਈਵ ਹੋਣ ਦੇ ਲਈ ਫਜ਼ਲ ਬਖਸ਼ਿਆ ਵਾ। ਤੋ ਅੱਜ ਅਸੀਂ ਪਰਮੇਸ਼ਰ ਦੇ ਵਚਨ ਨੂੰ ਸਿੱਖਣ ਵਾਸਤੇ ਜਾ ਰਹੇ ਹਾਂ। ਤੋ ਪਾਪ ਦੇ ਬਾਰੇ ਸਿੱਖਾਂਗੇ। ਔਰ ਆਓ ਸਿੱਖਣ ਤੋਂ ਪਹਿਲਾਂ ਪ੍ਰਭੂ ਦੇ ਵਿੱਚ ਵਚਨ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰਦੇ ਹਾਂ। ਛੋਟੀ ਜੀ ਸਵਰਗੀ ਬਾਪ, ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰਦ ਖੁਦਾ ਅੱਜ ਦੀ ਇਸ ਸੁਬਾਹ ਵਾਸਤੇ। ਖੁਦਾਵੰਦ ਜੋ ਸੁਬਾਹ ਤੁਸੀਂ ਸਾਡੇ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚ ਬਖਸ਼ੀ ਹੈ ਪ੍ਰਭੂ, ਧੰਨਵਾਦ ਕਰਦੇ ਹਾਂ ਖੁਦਾਵੰਦ ਖੁਦਾ। ਲਾਈਵ ਹੋਣ ਦੇ ਲਈ ਫਜ਼ਲ ਬਖਸ਼ਿਆ ਵਾ ਪ੍ਰਭੂ ਜੀ, ਉਹਦੇ ਲਈ ਵੀ ਸ਼ੁਕਰਗੁਜ਼ਾਰ ਹਾਂ ਖੁਦਾਵੰਦ। ਔਰ ਜਦੋਂ ਅਸੀਂ ਤੁਹਾਡੀ ਬਾਣੀ ਦੇ ਵਿੱਚੋਂ ਪ੍ਰਭੂ ਪਾਪ ਦੇ ਬਾਰੇ ਥੋੜ੍ਹਾ ਕੁਝ ਸਿੱਖਣ ਵਾਸਤੇ ਜਾ ਰਹੇ ਹਾਂ, ਪਵਿੱਤਰ ਆਤਮਾ ਜੀ ਤੁਸੀਂ ਸਾਡੀ ਸਾਰਿਆਂ ਦੀ ਪੂਰੀ ਮਦਦ ਕਰਨੀ, ਸਹਾਇਤਾ ਕਰਨੀ। ਜਿਨ੍ਹਾਂ ਨੇ ਲਾਈਵ ਸੁਣਨਾ ਵਾ ਜਾਂ ਬਾਅਦ ਵਿੱਚ ਸੁਣਨਾ ਹੈ ਖੁਦਾਵੰਦ, ਉਹਨਾਂ 'ਤੇ ਤੁਹਾਡਾ ਵੱਡਾ ਫਜ਼ਲ ਤੇ ਤੁਹਾਡੀ ਵੱਡੀ ਕਿਰਪਾ ਚਾਹੁੰਦੇ ਹਾਂ ਖੁਦਾਵੰਦ। ਉਹ ਤੁਹਾਡੀ ਆਵਾਜ਼ ਨੂੰ ਸੁਣ ਕੇ ਪਾਪ ਦੀ ਉਸ ਦਲਦਲ ਦੇ ਵਿੱਚੋਂ ਬਾਹਰ ਆ ਜਾਣ ਪ੍ਰਭੂ ਜੀ। ਔਰ ਖੁਦਾਵੰਦ ਤੁਹਾਡੇ ਲੋਕ ਤੁਹਾਡੀ ਆਵਾਜ਼ ਨੂੰ ਸੁਣ ਕੇ ਤੁਹਾਡੀਆਂ ਅੱਛੀਆਂ ਭੇਡਾਂ ਦੀ ਤਰ੍ਹਾਂ ਤੁਹਾਡੇ ਪਿੱਛੇ ਚੱਲਦੇ ਰਹਿਣ, ਤਾਂ ਕਿ ਤੁਹਾਡੀ ਇੱਛਾ ਨੂੰ ਪੂਰੀਆਂ ਕਰਦੇ ਹੋਏ ਤੁਹਾਡੇ ਆਉਣ ਤੱਕ ਤੁਹਾਡੇ ਰਾਜ ਦੇ ਲਈ ਤਿਆਰ ਕੀਤੇ ਜਾਣ ਪ੍ਰਭੂ ਜੀ। ਇਸ ਜਗਤ ਦੇ ਵਿਗੜੇ ਹੋਏ ਮਾਹੌਲ ਦੱਸ ਰਹੇ ਆ ਕਿ ਤੁਹਾਡਾ ਆਉਣਾ ਬਹੁਤ ਨਜ਼ਦੀਕ ਆ। ਇਸ ਲਈ ਪ੍ਰਭੂ ਜੀ ਆਪਣੇ ਲੋਕਾਂ ਨੂੰ ਆਪਣੇ ਲਈ ਤਿਆਰ ਕਰੋ। ਔਰ ਜਿਨ੍ਹਾਂ ਤੱਕ ਤੁਹਾਡੀ ਆਵਾਜ਼ ਨਹੀਂ ਪਹੁੰਚੀ ਉਹਨਾਂ ਤੱਕ ਤੁਹਾਡੀ ਆਵਾਜ਼ ਪਹੁੰਚੇ। ਤੁਹਾਡੀ ਆਵਾਜ਼ ਨੂੰ ਸੁਣ ਕੇ ਤੁਹਾਡੇ ਲੋਕ ਤੁਹਾਡੇ ਰਾਜ ਦੇ ਲਈ ਤਿਆਰ ਕੀਤੇ ਜਾਣ। ਔਰ ਸੁਣਨ ਦੇ ਦੌਰਾਨ ਹਰ ਇੱਕ ਦੀ ਸਮਝ ਤੇ ਬੁੱਧ ਨੂੰ ਖੋਲ੍ਹ ਦੇਣਾ, ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਕਾਰੀ ਨਾ ਕਰੇ। ਅਗਰ ਕਰਨਾ ਚਾਹੁੰਦੀਆਂ ਵਾ ਤਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਬੰਨ੍ਹ ਦਿੰਦੇ ਹਾਂ। ਇੱਕ ਇੱਕ ਦੀ ਮਦਦ ਔਰ ਸਹਾਇਤਾ ਕਰਨੀ ਯਿਸੂ ਮਸੀਹ ਦਾ ਨਾਂ ਲੈ ਕੇ ਮੰਗਦੇ ਹਾਂ, ਆਮੀਨ। ਤੋ ਧੰਨਵਾਦ ਕਰਦੇ ਹਾਂ ਜੀ ਪਰਮੇਸ਼ਰ ਦਾ ਕਿ ਪਰਮੇਸ਼ਰ ਨੇ ਸਾਨੂੰ ਲਾਈਵ ਹੋਣ ਦੇ ਲਈ ਫਜ਼ਲ ਬਖਸ਼ਿਆ ਆ। ਔਰ ਅੱਜ ਅਸੀਂ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਥੋੜ੍ਹਾ ਕੁਝ ਪਾਪ ਦੇ ਬਾਰੇ ਸਿੱਖਾਂਗੇ। ਤਾਂ ਪਾਪ ਦੇ ਲਈ ਸਿੱਖਣ ਦੇ ਲਈ ਅਸੀਂ ਪੜ੍ਹਾਂਗੇ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਰੋਮੀਓ 3:23। ਰੋਮੀਓ 3 ਬਾਬ ਉਹਦੀ 23 ਵਚਨ ਪੜ੍ਹਾਂਗੇ। ਕਿਉਂਕਿ ਸਭਨਾਂ ਨੇ ਪਾਪ ਕੀਤਾ ਹਾਂਜੀ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ ਹਨ। ਹਾਲੇਲੂਇਆ। ਤੋ ਇੱਧਰ ਲਿਖਿਆ ਆ ਕਿ ਸਭਨਾਂ ਨੇ ਪਾਪ ਕੀਤਾ ਔਰ ਉਹ ਪਰਮੇਸ਼ਰ ਦੇ ਪ੍ਰਤਾਪ ਤੋਂ, ਪਰਮੇਸ਼ਰ ਦੇ ਉਸ ਜਲਾਲ ਤੋਂ, ਪਰਮੇਸ਼ਰ ਦੀ ਮਹਿਮਾ ਤੋਂ ਰਹਿ ਗਏ। ਤੋ ਮੇਰੇ ਪਿਆਰਿਓ ਇੱਧਰ ਸ਼ਬਦ ਆਇਆ ਕਿ ਸਭਨਾਂ ਨੇ ਪਾਪ ਕੀਤਾ। ਸਭਨਾਂ ਤੋਂ ਭਾਵ ਆ ਕਿ ਇਸ ਦੁਨੀਆ ਦੇ ਵਿੱਚ ਕਿੰਨੇ ਵੀ ਇਨਸਾਨ ਆ, ਚਾਹੇ ਉਹ ਕਿਸੇ ਵੀ ਧਰਮ ਦਾ ਆ, ਚਾਹੇ ਉਹ ਕਿਸੇ ਵੀ ਮਜ਼ਹਬ ਦਾ ਆ, ਚਾਹੇ ਉਹ ਕਿਸੇ ਵੀ ਦੇਸ਼ ਦਾ ਆ, ਉਹਦੇ ਲਈ ਵਚਨ ਦੇ ਵਿੱਚ ਇਹ ਸ਼ਬਦ ਲਿਖਿਆ ਆ ਕਿ ਸਭਨਾਂ ਨੇ ਪਾਪ ਕੀਤਾ। ਤੋ ਸਭਨਾਂ ਦੇ ਪਾਪ ਵੱਲ ਹੀ ਦੀ ਗਹਿਰਾਈ ਨੂੰ ਜਦੋਂ ਅਸੀਂ ਵੇਖਦੇ ਹਾਂ ਤੋ ਚਾਹੇ ਉਹ ਇੱਕ ਜੰਮਦਾ ਬੱਚਾ ਆ ਉਹ ਵੀ ਪਾਪ ਦੇ ਅਧੀਨ ਆ। ਤੋ ਬਹੁਤ ਲੋਕ ਇਹ ਸੋਚਦੇ ਆ ਕਿ ਇੱਕ ਬੱਚਾ ਜਿਹੜਾ ਹੁਣੇ ਹੀ ਪੈਦਾ ਹੋਇਆ, ਜਿਹਨੇ ਬੋਲਣਾ ਨਹੀਂ ਸਿੱਖਿਆ, ਜਿਹਨੇ ਚੱਲਣਾ ਨਹੀਂ ਸਿੱਖਿਆ, ਜਿਹਨੂੰ ਕਿਸੇ ਚੀਜ਼ ਦੀ ਕੋਈ ਸਮਝ ਨਹੀਂ ਆ, ਦੀਨ ਦੁਨੀਆਦਾਰੀ ਦਾ ਜਿਹਨੂੰ ਪਤਾ ਨਹੀਂ ਆ, ਉਹ ਕਿਵੇਂ ਪਾਪ ਕਰ ਸਕਦਾ, ਕਿਵੇਂ ਪਾਪ ਦੇ ਅਧੀਨ ਹੋ ਸਕਦਾ। ਤਾਂ ਉਹਦੇ ਲਈ ਇੱਕ ਵਚਨ ਪ੍ਰਭੂ ਦਾ ਅਸੀਂ ਜਦੋਂ ਪੜ੍ਹਦੇ ਉਹਦੇ ਵਿੱਚ ਲਿਖਿਆ ਜ਼ਬੂਰ ਨੰਬਰ 51:5 ਦੇ ਵਿੱਚ ਲਿਖਿਆ, ਉਧਰ ਪਰਮੇਸ਼ਰ ਦਾ ਦਾਸ ਕਹਿੰਦਾ ਕਿ ਮੈਂ ਬਦੀ ਵਿੱਚ ਜੰਮਿਆ ਤੇ ਪਾਪ ਵਿੱਚ ਮੇਰੀ ਮਾਂ ਨੇ ਮੈਨੂੰ ਕੁੱਖ ਦੇ ਵਿੱਚ ਲਿਆ। ਉਹਦੇ ਕਹਿਣ ਦਾ ਮਤਲਬ ਕਿ ਮੈਂ ਜਨਮ ਤੋਂ ਹੀ ਪਾਪੀ ਹਾਂ। ਇਸ ਚੀਜ਼ ਨੂੰ ਹੋਰ ਜ਼ਿਆਦਾ ਅੱਛੀ ਰੀਤੀ ਦੇ ਨਾਲ ਸਿੱਖਣ ਦੇ ਲਈ ਅਸੀਂ ਇੱਕ ਉਦਾਹਰਨ ਵੇਖਦੇ ਹਾਂ। ਅੱਜ ਤੋਂ 2-3 ਦਿਨ ਪਹਿਲਾਂ 15 ਅਗਸਤ ਲੰਘ ਕੇ ਗਈ ਆ, ਤੇ ਅਸੀਂ ਜਿੰਨੇ ਵੀ ਭਾਰਤੀ ਲੋਕ ਆ ਜਾਂ ਜਿੰਨੇ ਵੀ ਅਸੀਂ ਇੰਡੀਆ ਵਿੱਚ ਰਹਿਣ ਵਾਲੇ ਆ, ਕਿਸੇ ਵੀ ਮੁਲਕ ਦੇ ਵਿੱਚ ਅਸੀਂ ਵੱਸਦੇ ਹੋਵਾਂਗੇ, ਰਹਿੰਦੇ ਹੋਵਾਂਗੇ, ਲੇਕਿਨ ਸਾਨੂੰ ਇਹ ਗੱਲ ਦਾ ਪਤਾ ਕਿ 15 ਅਗਸਤ 1947 ਨੂੰ, ਯਾਨੀ ਕਿ ਅੱਜ ਤੋਂ 75 ਸਾਲ ਪਹਿਲਾਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਅੰਗਰੇਜ਼ਾਂ ਦੀ ਗੁਲਾਮੀ ਤੋਂ। ਔਰ 15 ਅਗਸਤ 1947 ਤੋਂ ਪਹਿਲਾਂ ਇੱਧਰ ਕਈ ਸਾਲ ਤੱਕ ਅੰਗਰੇਜ਼ਾਂ ਨੇ ਸਾਡੇ ਮੁਲਕ ਤੇ ਇੰਡੀਆ ਤੇ ਰਾਜ ਕੀਤਾ। ਔਰ ਉਹਦੇ ਦੌਰਾਨ ਬੜੇ ਲੋਕ ਅੰਗਰੇਜ਼ਾਂ ਦੀ, ਜਦੋਂ ਇਸ ਦੇਸ਼ ਦੇ ਉੱਤੇ, ਸਾਡੇ ਦੇਸ਼ ਦੇ ਉੱਤੇ ਅੰਗਰੇਜ਼ਾਂ ਦਾ ਜਦੋਂ ਕਬਜ਼ਾ ਸੀ, ਜਾਂ ਸਾਡਾ ਦੇਸ਼ ਜਦੋਂ ਅੰਗਰੇਜ਼ਾਂ ਦੀ ਗੁਲਾਮੀ ਦੇ ਵਿੱਚ ਸੀ, ਬਹੁਤ ਸਾਰੇ ਬੱਚੇ ਉਸ ਸਮੇਂ ਪੈਦਾ ਹੋਏ। ਉਹ ਬੱਚਿਆਂ ਦਾ ਵੀ ਕੋਈ ਕਸੂਰ ਨਹੀਂ ਸੀ, ਉਹ ਵੀ ਗੁਲਾਮੀ ਦੇ ਵਿੱਚ ਪੈਦਾ ਹੋਏ, ਲੇਕਿਨ ਕਸੂਰ ਸੀ ਉਹਨਾਂ ਦੇ ਵੱਡ ਵਡੇਰਿਆਂ ਦਾ, ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਇੱਧਰ ਆਉਣ ਦੇ ਲਈ ਮੌਕਾ ਦਿੱਤਾ, ਕੁਝ ਗਲਤੀਆਂ ਕੀਤੀਆਂ ਤੇ ਜਿਹਦੇ ਨਾਲ ਅੰਗਰੇਜ਼ ਸਾਡੇ ਮੁਲਕ ਤੇ ਕਬਜ਼ਾ ਕਰ ਗਏ। ਔਰ ਉਹ ਵੀ ਪੈਦਾਇਸ਼ ਤੋਂ ਹੀ ਅੰਗਰੇਜ਼ਾਂ ਦੀ ਗੁਲਾਮੀ ਦੇ ਵਿੱਚ ਸੀ। ਇਸੇ ਮੁਤਾਬਕ ਸਾਡਾ ਪੁਰਖ ਆਦਮ, ਜਿਹਨੂੰ ਪਰਮੇਸ਼ਰ ਨੇ ਪਹਿਲਾ ਇਨਸਾਨ ਬਣਾਇਆ, ਔਰ ਬਾਈਬਲ ਦੇ ਵਿੱਚ ਪੜ੍ਹਦੇ ਸਮੇਂ ਅਸੀਂ ਵੇਖਦੇ ਹਾਂ ਕਿ ਪਰਮੇਸ਼ਰ ਨੇ ਪਹਿਲੇ ਇਨਸਾਨ ਨੂੰ ਮਿੱਟੀ ਤੋਂ ਉਤਪਤ ਕੀਤਾ, ਮਿੱਟੀ ਤੋਂ ਬਣਾਇਆ।
ਔਰ ਉਹਦੀ ਗਲਤੀ ਤੇ ਉਹਨੇ ਗਲਤੀ ਕੀਤੀ ਔਰ ਉਹਦੇ ਕਾਰਨ ਸਾਰੇ ਅਸੀਂ ਪਾਪ ਦੇ ਵਿੱਚ ਆ। ਹੁਣ ਜਦੋਂ ਹੀ ਕੋਈ ਬੱਚਾ ਪੈਦਾ ਹੁੰਦਾ ਉਹ ਆਪਣੇ ਬਾਪ ਤੋਂ ਆਦਮ ਤੋਂ ਪਾਪ ਦੇ ਅਧੀਨ ਆ। ਤਾਂ ਅਸੀਂ ਸਭ ਪਾਪ ਦੇ ਅਧੀਨ ਆ, ਚਾਹੇ ਅਸੀਂ ਕੋਈ ਵੀ। ਇਸ ਕਰਕੇ ਇੱਧਰ ਲਿਖਿਆ ਕਿ ਸਭਨਾਂ ਨੇ ਪਾਪ ਕੀਤਾ तो परमेश्वर के प्रताप तो ਉਹਦੀ महिमा तो ਉਹਦੇ जलाल तो रह गए ने। आदम ਨੂੰ एक आयत पढ़ांगे खुदा दी बाणी दे विचों, फिर ਆਪਾਂ ਇਹਨੂੰ अच्छी रीति ਦੇ ਨਾਲ व्याख्या करके ਸਿੱਖਦੇ। तो पढ़ांगे रोमियो 5:12 इधर अच्छी रीति ਦੇ ਨਾਲ लिखिया। हाँ जी, रोमियो 5 बाब ਉਹਦੀ 12 ਆਇਤ ਦੇ ਵਿੱਚ ਵੇਖਾਂਗੇ। ਇਸ ਲਈ ਜਿਵੇਂ ਇੱਕ ਮਨੁੱਖ ਤੋਂ ਹਾਂ ਪਾਪ ਸੰਸਾਰ ਵਿੱਚ ਆਇਆ। ਹਾਂ, ਇਧਰ ਲਿਖਿਆ ਕਿ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ। ਉਸ ਤੋਂ ਪਹਿਲਾਂ ਇਸ ਸੰਸਾਰ ਦੇ ਵਿੱਚ ਪਾਪ ਨਹੀਂ ਸੀ, लेकिन एक मनुख तो पाप इस संसार विच आया। वो एक मनुख कौन आ? वो आदम आ। उद तो पाप आया, साडा कोई कसूर नहीं। जिन्ने हुण बच्चे पैदा हो रहे आ उन्हां दा कोई कसूर नहीं आ। लेकिन जिस तरह मैं एक उदाहरण देंदे समय तुहानूं दस रहा कि गुलामी दे जदों अंग्रेजां दी गुलामी दे विच सी साडा देश, उदों किन्ने भी बच्चे उस समय पैदा होए वो अंग्रेजां दी गुलामी दे विच पैदा होए। तो उन्हां बच्चों का कोई कसूर नहीं सी, लेकिन उन्हां दे वड्डे वडेरियां दा कसूर सी जिन्हां ने अंग्रेजां नूं मौका दिता इधर आउण दे लई। तो अंग्रेजां ने इधर आण के कब्जा कर लिया। इसी मुताबक साडा पहला दुनिया दा इंसान जो साडा सबना दा पुरख आ, जिदों तो अहीं सब आ, चाहे किहड़े भी देश दे विच वसदे आ, चाहे अहीं किहे भी मजहब दे आ, किहे भी धर्म दे आ, तो अहीं सब आदम तो आ। तो ਉਹ ਸਾਡਾ ਪੁਰਖ ਆ, ਉਹਨੇ ਪਾਪ ਕੀਤਾ, ਉਹਨੇ ਗਲਤੀ ਕੀਤੀ, ਉਹਦੇ ਕਾਰਨ ਅੱਜ ਅਸੀਂ ਸਭ ਪਾਪ ਦੀ ਗੁਲਾਮੀ ਦੇ ਵਿੱਚ। ਇਸ ਕਰਕੇ ਦਾਊਦ ਕਹਿੰਦਾ ਕਿ ਮੈਂ ਬਦੀ ਦੇ ਵਿੱਚ ਮੇਰੀ ਮਾਂ ਨੇ ਮੈਨੂੰ ਜੰਮਿਆ ਔਰ ਪਾਪ ਦੇ ਵਿੱਚ ਮੈਨੂੰ ਉਹਨੇ ਕੁੱਖ ਦੇ ਵਿੱਚ ਲਿਆ। ਉਹਦਾ ਮਤਲਬ ਅਸੀਂ ਜਨਮ ਤੋਂ ਹੀ ਸਭ ਪਾਪੀ ਹਾਂ। ਇੱਕ ਬੱਚਾ ਜਦੋਂ ਵੱਡਾ ਹੁੰਦਾ ਸਮੇਂ ਉਹਦੇ ਪਾਪ ਵਾਲਾ ਜੋ ਉਹਦੇ ਸੁਭਾਅ ਉਹਦੇ ਅੰਦਰ ਆ, ਉਹ ਹੌਲੀ ਹੌਲੀ ਪਾਪ ਦਾ ਸੁਭਾਅ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ। इस लिए वो झूठ बोलता, इस लिए वो हेरा फेरियां करता, कई कुछ करन लग पैंदा। ये सब पाप दे फाले आ। तो इसलिए इधर लिखा कि सबना ने पाप किया। और इधर लिखा रोमियो 5:12 दे विच कि एक मनुख तो पाप संसार विच आ। वो एक मनुख कौन आ? वो आदम आ। जदों तो संसार दे विच दुनिया दे विच पाप आया। इहनूं दोबारा पढ़ांगे असीं। ਇਸ ਲਈ ਜਿਵੇਂ ਇੱਕ ਮਨੁੱਖ ਤੋਂ ਹਾਂਜੀ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ। ਪਾਪ ਤੋਂ ਮੌਤ ਆਈ। ਪਹਿਲਾਂ ਮੌਤ ਨਹੀਂ ਸੀ, ਉਹਦੇ ਲਈ ਆਪਾਂ ਸਿੱਖਦੇ ਹਾਂ, ਲੇਕਿਨ ਮੈਂ ਚਾਹੁੰਦਾ ਕਿ ਇਹਨੂੰ ਆਇਤ ਨੂੰ ਕਲੀਅਰ ਕਰ ਲਈਏ। ਹਾਂਜੀ, ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਹਾਂਜੀ ਅਤੇ ਪਾਪ ਤੋਂ ਮੌਤ ਆਈ, ਪਾਪ ਤੋਂ ਮੌਤ ਆਈ ਅਤੇ ਇਸੇ ਤਰ੍ਹਾਂ ਹਾਂ ਮੌਤ ਸਭਨਾ ਮਨੁੱਖਾਂ ਵਿੱਚ ਫੈਲ ਗਈ। ਹਾਂ, ਇਸ ਲਈ ਜੋ ਸਭਨਾ ਨੇ ਪਾਪ ਕੀਤਾ। ਇਸ ਲਈ ਜੋ ਸਭਨਾ ਨੇ ਪਾਪ ਕੀਤਾ। तो मेरे प्यारिओ, आदम नूं जो पहला इस दुनिया का इंसान सी, जिहदे कारण संसार दे विच पाप आया, जिहदी गलती दे कारण अहीं सब अज दी पीढ़ी भी जो पैदा हो रहे हैं बच्चे, वो सब पाप दे अधीन आ। जदों परमेश्वर ने उन्होंने बनाया तो उन्होंने बना के अदन दे बाग दे विच रखिया। और अदन दे बाग दे विच ਉਹਦੇ ਲਈ हर तरह की सुख सुविधा ਦੇ ਲਈ परमेश्वर ने इंतजाम किया। ਉਹਨੂੰ कमाउण ਦੀ ਜ਼ਰੂਰਤ नहीं सी, ਉਹਨੂੰ ਲਿਆਉਣ ਦੀ ਜ਼ਰੂਰਤ नहीं, ਉਹਨੂੰ ਕਿਸੇ भी तरह की कोई चिंता नहीं सी। ਅੱਜ ਅਸੀਂ ਵੇਖਦੇ ਹਾਂ कि मनुख अलग अलग तरह ਦੀਆਂ चिंतावां ਦੇ ਨਾਲ ਘਿਰਿਆ ਪਿਆ ਵਾ। तो लेकिन ਜਦੋਂ परमेश्वर ने पहले इंसान आदम ਨੂੰ ਬਣਾਇਆ तो पाप करन तो पहला आदम अदन दे बाग दे विच सी और उधर रहिंदा सी। उधर परमेश्वर ने हर चीज दा अरेंजमेंट कीता सी और रोज परमेश्वर शाम दे वक्त आण के उधर उन्होंने मिलदा हुंदा सी। और मैं तुहानूं दसना चाहुंदा कि जदों परमेश्वर ने आदमी नूं बनाया, आदम नूं बनाया, ਉਹਨੇ ਉਹਨੂੰ ਕੋਈ ਧਰਮ ਨਹੀਂ ਦਿੱਤਾ, ਉਹਨੇ ਉਹਨੂੰ ਹਿੰਦੂ, ਸਿੱਖ, ਈਸਾਈ, मुसलमान इदा करके नहीं बनाया। परमेश्वर ने सिर्फ अपने वर्गा ते अपने स्वरूप ते एक इंसान बनाया। ये धर्म बाद चों बने। तो धर्मां दे लई धर्म कितना बने, किवें बने, क्यों बने, उहदे लई अजे समा नहीं आ। अगर प्रभु ने मौका दिता, जिंदगी दिती, अगर प्रभु दे आउण दे विच देर आ तो अगली वारी जरूर असीं सिखांगे धर्म किदां बने। तो लेकिन हुण जो सिखण दा विषय आ कि सबना ने पाप किया, असीं सब पाप दे अधीन आ। तो जिन्नी देर तक असीं पाप दे अधीन आ उन्नी देर तक असीं परमेश्वर तक पहुंच नहीं सकते। साडियां आराधना, साडी बंदगी, साडी भगती खुदा तक पहुंच नहीं सकती। अगर असीं चाहुंदे आ कि साडी भगती खुदा तक पहुंच जावे तो उहदे लई सानूं पाप तो मुक्ति पाउणी बहुत जरूरी आ। और पाप तो मुक्ति किवें पाउणी आ उहदे लई असीं अगे जाके सिखांगे। पर जो गल चल रही आ
ਆਦਮ ਦੀ ਗੱਲ ਅਸੀਂ ਵੇਖਦੇ ਕਿ ਜਦੋਂ ਪਰਮੇਸ਼ਰ ਨੇ ਆਦਮ ਨੂੰ ਬਣਾਇਆ, ਆਦਮ ਨੂੰ ਇੱਕ ਇਨਸਾਨ ਬਣਾਇਆ, ਉਹਨੂੰ ਕੋਈ ਧਰਮ ਨਹੀਂ ਦਿੱਤਾ, ਉਹਨੂੰ ਕੋਈ ਮਜ਼ਹਬ ਨਹੀਂ ਦਿੱਤਾ, ਉਹਨੂੰ ਸਿਰਫ ਆਪਣੇ ਵਰਗਾ ਤੇ ਆਪਣੇ ਸਰੂਪ ਤੇ ਇੱਕ ਇਨਸਾਨ ਹੀ ਬਣਾਇਆ ਸੀ। ਤੇ ਉਹਦਾ ਇੱਕੋ ਹੀ ਧਰਮ ਸੀ। ਕੀ ਧਰਮ ਸੀ? ਕਿ ਉਹਨੇ ਆਪਣੀ ਬਣਾਉਣ ਵਾਲੇ ਦੀ ਇੱਛਾ ਨੂੰ, ਉਹਦੀ ਆਗਿਆ ਨੂੰ ਪੂਰੀਆਂ ਕਰਨਾ। ਤਾਂ ਇੱਥੋਂ ਹੀ ਕਈ ਵਾਰੀ ਸਾਡੇ ਮਨ 'ਚ ਇਹ ਵੀ ਸਵਾਲ ਉੱਠਦਾ ਕਿ ਸ਼ਾਇਦ ਪਰਮੇਸ਼ਰ ਨੇ ਇੱਕ ਮਸ਼ੀਨ ਬਣਾਈ ਆ ਜੋ ਉਹਦੇ ਇਸ਼ਾਰਿਆਂ ਤੇ ਚੱਲੇ। ਤਾਂ ਮੇਰੇ ਪਿਆਰਿਓ, ਇਹ ਵੀ ਗੱਲ ਕਹਿਣੀ ਠੀਕ ਨਹੀਂ ਆ ਕਿਉਂਕਿ ਪਰਮੇਸ਼ਰ ਨੇ ਇਨਸਾਨ ਬਣਾਇਆ, ਕੋਈ ਮਸ਼ੀਨ ਨਹੀਂ ਬਣਾਈ ਕਿ ਸਿਰਫ ਉਹਦੀ ਮੰਨੇ ਤੇ ਉਹਦੀ ਹੀ ਇੱਛਾ ਨੂੰ ਪੂਰੀਆਂ ਕਰੇ। ਇਸ ਲਈ ਬਾਣੀ ਵਿੱਚ ਪੜ੍ਹਦੇ ਸਮੇਂ ਜਦੋਂ ਅਸੀਂ ਗਹਿਰਾਈ ਦੇ ਨਾਲ ਵੇਖਦੇ ਹਾਂ, ਤੁਸੀਂ ਵੇਖਦੇ ਕਿ ਪਰਮੇਸ਼ਰ ਨੇ ਆਦਮ ਨੂੰ ਬਣਾ ਕੇ ਉਹਨੂੰ ਆਜ਼ਾਦ ਮਰਜ਼ੀ ਵੀ ਦਿੱਤੀ ਸੀ ਵੀ ਜੇ ਤੂੰ ਚਾਹੇ ਤੇ ਆਪਣੀ ਮਰਜ਼ੀ ਦੇ ਨਾਲ ਵੀ ਚੱਲ ਸਕਦਾ ਆ, ਪਰ ਭਲਾ ਤੇਰਾ ਇਸੇ ਗੱਲ 'ਚ ਆ ਕਿ ਤੂੰ ਮੇਰੀ ਇੱਛਾ ਨੂੰ, ਮੇਰੀ ਮਰਜ਼ੀ ਨੂੰ, ਯਾਨੀ ਕਿ ਆਪਣੇ ਬਣਾਉਣ ਵਾਲੀ ਦੀ ਇੱਛਾ ਨੂੰ ਪੂਰੀਆਂ ਕਰੇ। ਤੋ ਇਨਸਾਨ ਜਦੋਂ ਪਰਮੇਸ਼ਰ ਨੇ ਆਦਮ ਨੂੰ ਬਣਾਇਆ, ਉਹਦਾ ਇੱਕੋ ਧਰਮ ਆ। ਉਹ ਧਰਮ ਕੀ ਆ? ਕਿ ਆਪਣੇ ਬਣਾਉਣ ਵਾਲੇ ਦੀ ਇੱਛਾ ਨੂੰ, ਉਹਦੀ ਮਰਜ਼ੀ ਨੂੰ ਪੂਰੀਆਂ ਕਰੇ। ਤੋ ਮੇਰੇ ਪਿਆਰਿਓ, ਅੱਜ ਵੀ ਇਨਸਾਨ ਨੂੰ ਹੀ ਪਰਮੇਸ਼ਰ ਜਦੋਂ ਧਰਤੀ ਤੇ ਘੱਲਦਾ ਆ, ਇੱਕ ਇਨਸਾਨ ਨੂੰ ਹੀ ਘੱਲਦਾ ਆ। ਜਦੋਂ ਕਿਸੇ ਦੇ ਘਰ ਕੋਈ ਬੱਚਾ ਪੈਦਾ ਹੁੰਦਾ ਆ, ਉਹ ਇਨਸਾਨ ਦੇ ਰੂਪ 'ਚ ਹੀ ਪੈਦਾ ਹੁੰਦਾ ਆ। ਉਹਨੂੰ ਅਗਰ ਉਹ ਕਿਸੇ ਈਸਾਈ ਦੇ ਘਰ ਵਿੱਚ ਪੈਦਾ ਹੋ ਜਾਂਦਾ ਜਾਂ ਉਹ ਕਿਸੇ ਹਿੰਦੂ ਦੇ ਘਰ ਵਿੱਚ ਪੈਦਾ ਹੋ ਜਾਂਦਾ ਆ, ਚਾਹੇ ਉਹ ਕਿਸੇ ਮੁਸਲਮਾਨ ਦੇ ਜਾਂ ਕਿਸੇ ਸਿੱਖ ਦੇ ਘਰ ਵਿੱਚ ਪੈਦਾ ਹੋ ਜਾਂਦਾ, ਤਾਂ ਉਹ ਆਪੋ ਆਪਣੇ ਉਸ ਰੀਤੀ ਦੇ ਮੁਤਾਬਕ, ਆਪਣੇ ਧਰਮ ਦੇ ਮੁਤਾਬਕ ਉਹਨੂੰ ਇੱਕ ਧਰਮ ਦੇ ਦਿੰਦੇ ਆ। ਲੇਕਿਨ ਜਦੋਂ ਪੈਦਾ ਹੁੰਦਾ ਉਸ ਸਮੇਂ ਉਹਦਾ ਕੋਈ ਧਰਮ ਨਹੀਂ ਹੁੰਦਾ। ਇਸ ਲਈ ਕੁਝ ਲੋਕਾਂ ਦੇ ਮਨ 'ਚ ਸਵਾਲ ਉੱਠਦੇ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵੇਖਦੇ ਸਮੇਂ ਮਸੀਹਾਂ ਲੋਕਾਂ ਦੇ ਲਈ ਇੱਕ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਇਹ ਬਦੋ-ਬਦੀ ਪੈਸਾ ਦੇ ਕੇ ਈਸਾਈ ਬਣਾਉਂਦੇ ਆ ਕਿ ਈਸਾਈ ਧਰਮ 'ਚ ਆ ਜਾਓ। ਤਾਂ ਇੱਕ ਵਿਅਕਤੀ ਸਵਾਲ ਚੁੱਕ ਰਿਹਾ ਸੀ ਕਿ ਅਗਰ ਈਸਾਈ ਮੈਨੂੰ ਪਰਮਾਤਮਾ ਨੇ ਬਣਾਉਣਾ ਹੁੰਦਾ ਤਾਂ ਮੈਂ ਈਸਾਈਆਂ ਦੇ ਘਰ ਹੀ ਪੈਦਾ ਹੁੰਦਾ। ਤਾਂ ਮੈਂ ਇਸ ਲਈ ਦੱਸਣਾ ਚਾਹੁੰਦਾ, ਇਹ ਈਸਾਈ ਧਰਮ ਆ, ਚਾਹੇ ਉਹ ਕੋਈ ਵੀ ਦੁਨੀਆ ਦਾ ਧਰਮ ਆ, ਇਹ ਇਨਸਾਨਾਂ ਨੇ ਬਣਾਏ ਆ। ਪਰਮੇਸ਼ਰ ਨੇ ਕੋਈ ਧਰਮ ਨਹੀਂ ਬਣਾਇਆ। ਤਾਂ ਇਨਸਾਨ ਜਦੋਂ ਪੈਦਾ ਹੁੰਦਾ ਵਾ, ਜਿਸ ਵੀ ਮਜ਼ਹਬ ਦੇ ਵਿੱਚ ਪੈਦਾ ਹੁੰਦਾ, ਉਸੇ ਮੁਤਾਬਕ ਉਹਨੂੰ ਉਹਦਾ ਧਰਮ ਦੇ ਦਿੱਤਾ ਜਾਂਦਾ। ਤਾਂ ਸਮਾਂ ਨਹੀਂ ਹੈ ਕਿ ਧਰਮਾਂ ਦੇ ਬਾਰੇ ਹੋਰ ਡੰਗਿਆਈ ਦੇ ਨਾਲ ਗੱਲ ਕਰੀਏ, ਲੇਕਿਨ ਵਿਸ਼ਾ ਸਾਡਾ ਪਾਪ ਦਾ ਵਾ। ਇਸ ਲਈ ਅਸੀਂ ਆਪਣੇ ਵਿਸ਼ੇ ਤੇ ਆਉਂਦੇ ਆ ਕਿ ਪਾਪ ਦੇ ਵਿੱਚ ਇਨਸਾਨ ਨੇ ਕਿਤਨਾ ਪਿਆ ਕਿ ਪਰਮੇਸ਼ਰ ਨੇ ਜਦੋਂ ਇਨਸਾਨ ਨੂੰ, ਆਦਮ ਨੂੰ ਬਣਾਇਆ, ਤਾਂ ਉਹਨੂੰ ਬਣਾ ਕੇ ਅਦਨ ਦੇ ਬਾਗ 'ਚ ਰੱਖਿਆ ਸੀ, ਜਿੱਥੇ ਉਹਦਾ ਇੱਕੋ ਧਰਮ ਸੀ ਕਿ ਉਹ ਆਪਣੇ ਬਣਾਉਣ ਵਾਲੇ ਦੀ ਇੱਛਾ ਨੂੰ ਪੂਰੀਆਂ ਕਰੇ। ਔਰ ਉਹ ਲਿਖਿਆ ਕਿ ਆਪਣੇ ਬਣਾਉਣ ਵਾਲੇ ਦੀ ਇੱਛਾ ਨੂੰ ਪੂਰੀਆਂ ਕਰਦਾ ਰਿਹਾ। ਔਰ ਇੱਕ ਦਿਨ ਉਹਨੇ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਫੈਸਲਾ ਕੀਤਾ ਕਿ ਮੈਂ ਪਰਮੇਸ਼ਰ ਦੀ ਇੱਛਾ ਨੂੰ ਛੱਡ ਕੇ ਅੱਜ ਤੋਂ ਬਾਅਦ ਆਪਣੀ ਇੱਛਾ ਦੇ ਨਾਲ ਚੱਲਾਂਗਾ। ਤਾਂ ਪਰਮੇਸ਼ਰ ਨੇ ਜਿਹੜੇ ਕੰਮ ਤੋਂ ਉਹਨੂੰ ਮਨਾ ਕੀਤਾ ਸੀ, ਉਹ ਕੰਮ ਉਹਨੇ ਕੀਤਾ। ਕਿਉਂਕਿ ਉਧਰ ਅਦਨ ਦੇ ਬਾਗ ਦੇ ਵਿੱਚ ਪਰਮੇਸ਼ਰ ਨੇ ਤਰ੍ਹਾਂ ਤਰ੍ਹਾਂ ਦੇ ਉਧਰ ਰੁੱਖ ਲਾਏ ਸੀ, ਫਲ ਲਾਏ ਸੀ, ਜਿਨ੍ਹਾਂ ਨੂੰ ਉਹ ਖਾਂਦਾ ਸੀ। ਲੇਕਿਨ ਇੱਕ ਹੋਰ ਫਲ ਲਾਇਆ ਸੀ ਪਰਮੇਸ਼ਰ ਨੇ ਅਦਨ ਦੇ ਬਾਗ ਦੇ ਵਿੱਚ, ਇੱਕ ਬੂਟਾ ਲਾਇਆ ਸੀ ਜਿਹਨੂੰ ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ, ਭਲੇ ਤੇ ਬੁਰੇ ਦੀ ਪਹਿਚਾਣ ਦੇ ਕਰਕੇ ਪੜ੍ਹਦੇ ਹਾਂ। ਤਾਂ ਉਦੋਂ ਤੋਂ ਪਰਮੇਸ਼ਰ ਨੇ ਮਨਾ ਕੀਤਾ ਕਿ ਤੂੰ ਸਾਰਿਆਂ ਤੋਂ ਖਾਈ, ਲੇਕਿਨ ਜਿਹੜਾ ਵਿਚਕਾਰ ਬਾਗ ਦੇ ਬੂਟਾ ਲੱਗਾ ਉਦੋਂ ਤੋਂ ਤੂੰ ਨਹੀਂ ਖਾਣਾ। ਲੇਕਿਨ ਅਸੀਂ ਵੇਖਦੇ ਹਾਂ ਕਿ ਉਹਨੇ ਪਰਮੇਸ਼ਰ ਦੀ ਆਗਿਆ ਨੂੰ ਤੋੜ ਦਿੱਤਾ। ਉਹਨੇ ਪਰਮੇਸ਼ਰ ਦੀ ਆਗਿਆ ਨੂੰ ਛੱਡ ਕੇ ਆਪਣੀ ਇੱਛਾ ਤੇ ਆਪਣੀ ਮਰਜ਼ੀ ਦੇ ਨਾਲ ਚੱਲਣ ਦਾ ਫੈਸਲਾ ਕੀਤਾ। ਔਰ ਉਹ ਆਪਣੀ ਮਰਜ਼ੀ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ। ਤੇ ਇਹੀ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਪਾਪ ਆ, ਕਿਉਂਕਿ ਉਹਨੇ ਆਪਣੀ ਇੱਛਾ ਦੇ ਨਾਲ ਚੱਲਣਾ ਸ਼ੁਰੂ ਕੀਤਾ। ਹਰ ਮਾਂ-ਬਾਪ ਚਾਹੁੰਦਾ ਆ ਕਿ ਮੇਰਾ ਬੱਚਾ ਜਿਵੇਂ ਮੈਂ ਕਹਿੰਦਾ ਵਾਂ ਉਵੇਂ ਚੱਲੇ। ਕਿਉਂਕਿ ਮਾਂ-ਬਾਪ ਨੇ ਹਰ ਹਾਲਾਤ ਵੇਖੇ ਆ, ਤਾਂ ਮਾਂ-ਬਾਪ ਬਿਹਤਰ ਜਾਣਦਾ ਕਿ ਕਿਹੜੇ ਪ੍ਰਕਾਰ ਦੇ ਨਾਲ, ਕਿਹੜੇ ਤਰ੍ਹਾਂ ਦੇ ਨਾਲ ਮੇਰਾ ਬੱਚਾ ਚੱਲੇਗਾ ਤਾਂ ਉਹਦੇ ਲਈ ਠੀਕ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ। ਇਸੇ ਮੁਤਾਬਕ ਮਾਂ-ਬਾਪ ਤੋਂ ਵੀ ਕਿੰਨਾ ਵੱਧ ਕੇ ਉਹ ਪਰਮੇਸ਼ਰ ਜਿਹਨੇ ਸਾਨੂੰ ਬਣਾਇਆ ਵਾ, ਉਹ ਸਾਡੇ ਲਈ ਆਉਣ ਵਾਲੀਆਂ ਗੱਲਾਂ ਦੇ ਲਈ ਬਿਹਤਰ ਜਾਣਦਾ ਆ ਕਿ ਸਾਡੇ ਲਈ ਕੀ ਭਲਾ ਤੇ ਕੀ ਚੰਗਾ ਆ। ਇਸ ਲਈ ਉਹ ਕਹਿੰਦਾ ਕਿ ਤੁਸੀਂ ਆਪਣੇ ਹੀ ਭਲੇ ਦੇ ਲਈ, ਆਪਣੇ ਹੀ ਫਾਇਦੇ ਦੇ ਲਈ ਮੇਰੀ ਇੱਛਾ ਨੂੰ ਪੂਰੀਆਂ ਕਰੋ। ਹਾਲੇਲੂਇਆ। ਤਾਂ ਇਸ ਲਈ ਅਸੀਂ ਪੜ੍ਹਦੇ ਹਾਂ ਕਿ ਆਦਮ ਨੇ ਜਦੋਂ ਪਰਮੇਸ਼ਰ ਦੀ ਹੁਕਮ ਨੂੰ, ਉਹਦੀ ਆਗਿਆ ਨੂੰ ਤੋੜ ਦਿੱਤਾ, ਤਾਂ ਬਾਣੀ ਦੱਸਦੀ ਹੈ ਕਿ ਪਰਮੇਸ਼ਰ ਦੇ ਵਿੱਚ ਤੇ ਆਦਮ ਦੇ ਵਿੱਚ ਜੁਦਾਈ ਪੈ ਗਈ। ਪਰਮੇਸ਼ਰ ਤੋਂ ਦੂਰ ਚਲਿਆ ਗਿਆ, ਪਾਪ ਦੇ ਵਿੱਚ ਚਲਿਆ ਗਿਆ। ਜਦੋਂ ਉਹ ਪਾਪ ਦੇ ਵਿੱਚ ਚਲਿਆ ਗਿਆ ਤਾਂ ਇਨਸਾਨ ਵੀ ਉਸ ਆਦਮ ਤੋਂ ਵਧਣ ਲੱਗੇ ਤੇ ਪਾਪ ਵੀ ਵੱਧਦਾ ਗਿਆ। ਔਰ ਅੱਜ ਇੰਨਾ ਕੁ ਪਾਪ ਵੱਧ ਗਿਆ ਵਾ ਕਿ ਅਸੀਂ ਵੇਖਦੇ ਚਾਰੇ ਬੰਨੇ ਲੋਕ ਪਾਪ ਦੇ ਕਾਰਨ ਅੱਜ ਭਰਾ ਦਾ ਵੈਰੀ ਬਣਿਆ ਵਾ। ਪਾਪ ਦੇ ਕਾਰਨ ਦੁਨੀਆ ਦੇ ਵਿੱਚ ਕਰੋੜਾਂ ਤੇ ਲੱਖਾਂ ਹੀ ਹਰ ਰੋਜ਼ ਤਲਾਕ ਹੋ ਰਹੇ ਆ। ਪਾਪ ਦੇ ਕਾਰਨ ਇੱਕ ਦੂਜੇ ਨੂੰ ਲੁੱਟ ਰਹੇ ਆ।
ਸੋ ਆਪਣਾ ਹੀ ਸਾਰਿਆਂ ਨੂੰ ਫਾਇਦਾ ਦਿਖਦਾ ਆ। ਲੇਕਿਨ ਅਦਨ ਦੇ ਬਾਗ ਦੇ ਵਿੱਚ ਐਵੇਂ ਦੀ ਕੋਈ ਗੱਲ ਨਹੀਂ, ਕਿਉਂਕਿ ਉਸ ਸਮੇਂ ਪਾਪ ਦੁਨੀਆ ਦੇ ਵਿੱਚ ਆਇਆ ਹੀ ਨਹੀਂ ਸੀ। ਲੇਕਿਨ ਜਿਵੇਂ ਹੀ ਆਦਮ ਨੇ ਫੈਸਲਾ ਕੀਤਾ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਚੱਲਾਂਗਾ, ਤਾਂ ਉਹੀ ਮੇਰੇ ਪਿਆਰਿਓ ਪਾਪ ਆ। ਅੱਜ ਸਾਰੇ ਮਨੁੱਖ ਆਪਣੇ ਬਣਾਉਣ ਵਾਲੇ ਦੀ ਇੱਛਾ ਨੂੰ ਨਹੀਂ ਜਾਣਦੇ ਤੇ ਨਾ ਹੀ ਉਹਦੀ ਇੱਛਾ ਨੂੰ ਜਾਣ ਕੇ ਚੱਲਣਾ ਚਾਹੁੰਦੇ ਆ। ਅੱਜ ਜੇ ਅਸੀਂ ਕਿਸੇ ਧਰਮ ਸਥਾਨ ਤੇ ਜਾਂਦੇ ਆ, ਪਰਮਾਤਮਾ ਦੇ ਕੋਲ ਜਾਂਦੇ ਆ, ਤਾਂ ਉਹਦੇ ਗਾੜੀ ਵੀ ਅਸੀਂ ਆਪਣੀਆਂ ਇੱਛਾਵਾਂ ਨੂੰ ਲੈ ਕੇ ਜਾਂਦੇ ਆ, ਉਹਦੇ ਗਾੜੀ ਵੀ ਅਸੀਂ ਆਪਣੀਆਂ ਜ਼ਰੂਰਤਾਂ ਨੂੰ ਲੈ ਕੇ ਜਾਂਦੇ ਆ। ਇੱਥੋਂ ਤੱਕ ਅਸੀਂ ਮਤਲਬੀ ਹੋ ਗਏ ਆ। ਇਸ ਲਈ ਪਰਮੇਸ਼ਰ ਦੀ ਬਾਣੀ ਦੇ ਵਿੱਚ ਇੱਕ ਜਗ੍ਹਾ ਤੇ ਲਿਖਿਆ ਵਾ, ਕਹਿੰਦਾ ਕਿ ਮੂਰਖ ਨਾ ਹੋਵੋ, ਸਗੋਂ ਜਾਣੋ ਕਿ ਪਰਮੇਸ਼ਰ ਦੀ ਇੱਛਾ, ਤੁਹਾਡੇ ਬਣਾਉਣ ਵਾਲੇ ਤੁਹਾਡੇ ਸ੍ਰਿਸ਼ਟੀਕਰਤਾ ਦੀ ਇੱਛਾ ਕੀ ਆ। ਤਾਂ ਅੱਜ ਕਿਸੇ ਨੂੰ ਵੀ ਪਰਮੇਸ਼ਰ ਦੀ ਇੱਛਾ ਦੀ ਨਹੀਂ ਪਈ, ਅੱਜ ਸਾਰਿਆਂ ਨੂੰ ਆਪੋ ਆਪਣੀ ਪਈ ਆ। ਹਾਲੇਲੂਇਆ। ਕਿਉਂਕਿ ਬਾਣੀ ਦੇ ਵਿੱਚ ਲਿਖਿਆ ਅੰਤਲੇ ਸਮਿਆਂ ਦੇ ਵਿੱਚ ਲੋਕ ਆਪ ਸਵਾਰਥੀ ਹੋ ਜਾਣਗੇ। ਤੋ ਇਸ ਕਰਕੇ ਲੋਕ ਆਪ ਸਵਾਰਥੀ ਹੋ ਗਏ, ਮਤਲਬੀ ਹੋ ਗਏ ਆ, ਮਾਇਆ ਦੇ ਲੋਭੀ ਹੋ ਗਏ ਆ। ਤੋ ਪਾਪ ਦੁਨੀਆ ਤੇ ਜਿਵੇਂ ਜਿਵੇਂ ਅਦਨ ਦੇ ਬਾਗ ਤੋਂ ਬਾਹਰ ਕੱਢਿਆ ਗਿਆ, ਔਰ ਬਾਹਰ ਕੱਢਣ ਤੋਂ ਬਾਅਦ ਪਾਪ ਵਿੱਚ ਪੈ ਗਿਆ, ਆਪਣੀ ਇੱਛਾ ਦੇ ਨਾਲ ਉਹਨੇ ਚੱਲਣਾ ਸ਼ੁਰੂ ਕੀਤਾ। ਪਾਪ ਜਦੋਂ ਵੱਧਦਾ ਗਿਆ, ਤਾਂ ਪਾਪ ਦੇ ਕਾਰਨ ਅਸੀਂ ਵੇਖਦੇ, ਕਹਿਤ ਪੜਾਂਗੇ ਖੁਦਾ ਦੀ ਬਾਣੀ ਦੇ ਵਿੱਚੋਂ, ਫਿਰ ਅਸੀਂ ਅੱਗੇ ਦੀ ਥੋੜੀ ਕੁਝ ਵਿਆਖਿਆ ਕਰਾਂਗੇ। ਤਾਂ ਪੜਾਂਗੇ ਗਿਣਤੀ ਦੀ ਕਿਤਾਬ 32 ਅਧਿਆਏ ਉਹਦੀ 23 ਆਇਤ ਪੜਾਂਗੇ। ਗਿਣਤੀ 32 ਉਹਦੀ 23 ਆਇਤ ਦੇ ਵਿੱਚ ਕਿਵੇਂ ਲਿਖਿਆ, ਹਾਂਜੀ ਪੜਦੇ ਹਾਂ ਜੀ। ਪਰ ਜੇ ਤੁਸੀਂ ਇਹ ਨਾ ਕਰੋ ਤਾਂ, ਹਾਂ ਲਿਖਿਆ ਪਰ ਜੇ ਤੁਸੀਂ ਇਹ ਨਾ ਕਰੋ, ਇਹਦਾ ਮਤਲਬ ਪਰ ਜੇ ਤੁਸੀਂ ਆਪਣੇ ਬਣਾਉਣ ਵਾਲੇ ਦੀ ਇੱਛਾ ਨੂੰ ਪੂਰਿਆ ਨਾ ਕਰੋ ਤਾਂ ਵੇਖੋ ਤੁਸੀਂ ਯਹੋਵਾ ਦਾ ਪਾਪ ਕੀਤਾ। ਹਾਂ ਵੇਖੋ ਤੁਸੀਂ ਯਹੋਵਾ ਦਾ ਪਾਪ ਕੀਤਾ। ਤਾਂ ਮੇਰੇ ਪਿਆਰਿਓ, ਅਗਰ ਅਸੀਂ ਆਪਣੇ ਬਣਾਉਣ ਵਾਲੇ ਦੀ ਇੱਛਾ ਦੇ ਮੁਤਾਬਕ ਨਹੀਂ ਚੱਲਦੇ ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਪਾਪ ਕਰਦੇ ਹਾਂ। ਹਾਲੇਲੂਇਆ। ਤਾਂ ਹਾਂ ਦੁਬਾਰਾ ਪੜਾਂਗੇ। ਪਰ ਜੇ ਤੁਸੀਂ ਇਹ ਨਾ ਕਰੋ ਤਾਂ ਵੇਖੋ ਤੁਸੀਂ ਯਹੋਵਾ ਦਾ ਪਾਪ ਕੀਤਾ ਅਤੇ ਜਾਣੋ ਭਾਈ ਤੁਹਾਡਾ ਪਾਪ ਤੁਹਾਡੇ ਉੱਤੇ ਆ ਪਵੇਗਾ। ਹਾਲੇਲੂਇਆ। ਤਾਂ ਇੱਧਰ ਲਿਖਿਆ ਵਾ ਕਿ ਜੇ ਤੁਸੀਂ ਇਹ ਨਾ ਕਰੋ, ਇਹਦਾ ਮਤਲਬ ਅਗਰ ਤੁਸੀਂ ਆਪਣੇ ਬਣਾਉਣ ਵਾਲੇ ਦੀ ਇੱਛਾ ਨੂੰ ਪੂਰਿਆ ਨਾ ਕਰੋ, ਉਹਦੀ ਮਰਜ਼ੀ ਦੇ ਮੁਤਾਬਕ ਨਾ ਚੱਲੋ, ਤਾਂ ਤੁਸੀਂ ਪਾਪ ਕੀਤਾ। ਤੋ ਜਾਣੋ ਭਈ ਤੁਹਾਡਾ ਪਾਪ ਤੁਹਾਡੇ ਉੱਤੇ ਆ ਪਵੇਗਾ। ਉਹਦਾ ਮਤਲਬ ਤੁਹਾਡਾ ਪਾਪ ਤੁਹਾਨੂੰ ਫੜੇਗਾ। ਤੇ ਮੇਰੇ ਪਿਆਰਿਓ, ਜਦੋਂ ਅਸੀਂ ਪੜ੍ਹਦੇ ਹਾਂ ਕਿ ਆਦਮ ਦੇ ਬਾਰੇ, ਆਦਮ ਅਦਨ ਦੇ ਬਾਗ ਦੇ ਵਿੱਚ ਰਹਿੰਦਾ ਸੀ, ਉਹਨੇ ਕੋਈ ਪਾਪ ਨਹੀਂ ਸੀ ਕੀਤਾ, ਲੇਕਿਨ ਆਪਣੀ ਇੱਛਾ ਦੇ ਨਾਲ ਜਦੋਂ ਉਹਨੇ ਚੱਲਣ ਦਾ ਫੈਸਲਾ ਕੀਤਾ ਤਾਂ ਉਹਨੇ ਪਾਪ ਕੀਤਾ। ਉਹ ਪਾਪ ਦੇ ਵਿੱਚ ਪੈ ਗਿਆ, ਜਿਹਦੇ ਕਾਰਨ ਅੱਜ ਅਸੀਂ ਸਭ ਪਾਪ ਦੇ ਵਿੱਚ ਆ। ਤੋ ਪਾਪ ਦਾ ਫਿਰ ਨਤੀਜਾ ਕੀ ਨਿਕਲਿਆ, ਆਓ ਅਸੀਂ ਪੜ੍ਹਦੇ ਹਾਂ ਖੁਦਾ ਦੀ ਬਾਣੀ ਦੇ ਵਿੱਚ। ਅਯੂਬ ਨਬੀ ਦੀ ਕਿਤਾਬ ਉਹਦਾ 3 ਦੀ 26 ਆਇਤ ਪੜਾਂਗੇ। ਅਯੂਬ 3 ਦੀ 26 ਆਇਤ ਦੇ ਵਿੱਚ ਵੇਖਾਂਗੇ ਫਿਰ ਪਾਪ ਦਾ ਨਤੀਜਾ ਕੀ ਨਿਕਲਿਆ। ਫਿਰ ਪਾਪ ਦੇ ਕਾਰਨ ਜਦੋਂ ਅਸੀਂ ਪੜ੍ਹਦੇ ਕਿ ਅਦਨ ਦੇ ਬਾਗ ਦੇ ਵਿੱਚ ਆਦਮ ਨੇ ਪਰਮੇਸ਼ਰ ਦੀ ਆਗਿਆ ਨੂੰ ਤੋੜ ਦਿੱਤਾ, ਪਰਮੇਸ਼ਰ ਦੀ ਇੱਛਾ ਨੂੰ ਛੱਡ ਕੇ, ਆਪਣੇ ਬਣਾਉਣ ਵਾਲੇ ਦੀ ਇੱਛਾ ਨੂੰ ਛੱਡ ਕੇ ਆਪਣੀ ਇੱਛਾ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ, ਤੇ ਉਧਰ ਉਹ ਪਾਪ ਗਿਣਿਆ ਗਿਆ। ਜਦੋਂ ਉਹਨੇ ਪਾਪ ਕੀਤਾ ਤਾਂ ਪਾਪ ਦੇ ਨਾਲ ਉਹਦੀ ਹਾਲਤ ਕੀ ਬਣ ਗਈ, ਤਾਂ ਇਧਰ ਅਸੀਂ ਵੇਖਦੇ ਹਾਂ ਕਿ ਪਾਪ ਦੇ ਨਾਲ ਕੀ ਹਾਲਤ ਬਣ ਗਈ। ਪੜੋ ਜੀ। ਨਾ ਮੈਨੂੰ ਸੁੱਖ ਹੈ। ਕਹਿੰਦਾ ਪਾਪ ਨੇ ਕਿ ਇਨਸਾਨ ਦੀ ਕੀ ਹਾਲਤ ਕਰ ਦਿੱਤੀ, ਨਾ ਉਹਨੂੰ ਸੁੱਖ ਰਹਿਣ ਦਿੱਤਾ, ਨਾ ਚੈਨ, ਨਾ ਆਰਾਮ, ਸਗੋਂ ਬੇਚੈਨੀ ਹੁੰਦੀ ਹੈ। ਹਾਂ, ਉਹਨੂੰ ਕੀ ਹੁੰਦਾ ਵੀ ਬੇਚੈਨੀ ਰਹਿੰਦੇ। ਦੇਖੋ ਪਾਪ ਜਦੋਂ ਅਦਨ ਦੇ ਬਾਗ ਦੇ ਵਿੱਚ ਆਦਮ ਰਹਿੰਦੇ ਸਮੇਂ ਉਹਨੇ ਪਾਪ ਨਹੀਂ ਸੀ ਕੀਤਾ, ਉਦੋਂ ਸੁੱਖ ਵੀ ਸੀ, ਚੈਨ ਵੀ ਸੀ, ਆਰਾਮ ਵੀ ਸੀ, ਤੇ ਕੋਈ ਇਹਨੂੰ ਬੇਚੈਨੀ ਵੀ ਨਹੀਂ ਸੀ ਹੁੰਦੀ। ਲੇਕਿਨ ਜਦੋਂ ਇਹਨੇ ਪਾਪ ਕਰ ਲਿਆ ਤਾਂ ਪਾਪ ਲਿਖਿਆ ਤੁਹਾਡਾ ਪਾਪ ਤੁਹਾਡੇ ਉੱਤੇ ਆ ਪਏਗਾ, ਯਾਨੀ ਕਿ ਤੇਰਾ ਪਾਪ ਤੈਨੂੰ ਫੜੇਗਾ। ਤੇ ਜਦੋਂ ਆਦਮ ਦੇ ਪਾਪ ਨੇ ਉਹਨੂੰ ਫੜਿਆ ਤੇ ਉਹਦੀ ਹਾਲਾਤ ਕਿਦਾਂ ਦੀ ਹੋ ਗਈ, ਨਾ ਉਹਨੂੰ ਸੁੱਖ ਆ, ਨਾ ਚੈਨ ਆ, ਨਾ ਆਰਾਮ ਆ, ਸਗੋਂ ਇਹਨੂੰ ਕੀ ਰਹਿੰਦੀ ਆ, ਬੇਚੈਨੀ। ਤਾਂ ਮੇਰੇ ਪਿਆਰਿਓ, ਅੱਜ ਵੀ ਦੁਨੀਆ ਦਾ ਹਾਲਾਤ ਇਹੀ ਬਣੇ ਆ। ਚਾਹੇ ਉਹ ਕਿਸੇ ਵੀ ਧਰਮ ਦੇ ਲੋਕ ਆ, ਚਾਹੇ ਉਹ ਕਿਸੇ ਵੀ ਮਜਹਬ ਦੇ ਲੋਕ ਆ, ਚਾਹੇ ਉਹ ਕਿਸੇ ਵੀ ਦੇਸ਼ ਦੇ ਲੋਕ ਆ, ਉਹਨਾਂ ਨੇ ਪਾਪ ਨੇ ਉਹਨਾਂ ਨੂੰ ਫੜਿਆ ਵਾ। ਕਿਉਂਕਿ ਅਸੀਂ ਬਾਣੀ ਵਿੱਚ ਪੜ੍ਹਦੇ ਸਮੇਂ ਵੇਖਦੇ ਹਾਂ ਕਿ ਤੁਹਾਡਾ ਪਾਪ ਤੁਹਾਡੇ ਉੱਤੇ ਆ ਪਵੇਗਾ। ਔਰ ਪਾਪ ਕੀ ਹਾਲਤ ਕਰ ਦਿੰਦਾ, ਨਾ ਸੁੱਖ ਰਹਿਣ ਦਿੰਦਾ, ਨਾ ਚੈਨ, ਨਾ ਆਰਾਮ। ਇਧਰ ਅਯੂਬ ਵੀ ਲਿਖਦਾ, ਕਹਿੰਦਾ ਨਾ ਮੈਨੂੰ ਸੁੱਖ ਆ, ਨਾ ਚੈਨ ਆ, ਨਾ ਆਰਾਮ ਆ, ਸਗੋਂ ਬੇਚੈਨੀ ਹੀ ਰਹਿੰਦੀ ਆ। ਤਾਂ ਮੇਰੇ ਪਿਆਰਿਓ, ਅੱਜ ਅਸੀਂ ਦੁਨੀਆ ਦੇ ਵਿੱਚ ਕਿਸੇ ਵੀ ਇਨਸਾਨ ਦੇ ਵੱਲ ਵੇਖਦੇ ਆ ਤਾਂ ਉਹ ਇਹ ਚੀਜ਼ਾਂ ਲੱਭਦਾ ਫਿਰ ਰਿਹਾ ਕਿ ਮੈਨੂੰ ਕਿਤੇ ਨਾ ਕਿਤੇ ਸੁੱਖ ਮਿਲ ਜਾਵੇ, ਕਿਤੇ ਨਾ ਕਿਤੇ ਮੈਨੂੰ ਚੈਨ ਮਿਲ ਜਾਵੇ, ਕਿਤੇ ਨਾ ਕਿਤੇ ਮੈਨੂੰ ਆਰਾਮ ਮਿਲ ਜਾਵੇ। ਸੁੱਖ, ਚੈਨ, ਆਰਾਮ ਪਾਉਣ ਦੇ ਲਈ
ਉਹਨੂੰ ਜੋ ਵੀ ਕਿਹਾ ਜਾਂਦਾ ਉਹ ਉਹੀ ਕਰਦਾ। ਅੱਜ ਬਹੁਤ ਸਾਰੇ ਲੋਕ ਸੁੱਖ ਪਾਉਣ ਦੇ ਲਈ, ਚੈਨ ਪਾਉਣ ਦੇ ਲਈ, ਆਰਾਮ ਪਾਉਣ ਦੇ ਲਈ ਲੰਗਰ ਲਾਉਂਦੇ ਆ। ਮੈਂ ਲੰਗਰਾਂ ਦੇ ਖਿਲਾਫ ਨਹੀਂ ਆ। ਅਗਰ ਲੰਗਰ ਲਾ ਕੇ ਕੋਈ ਭੁੱਖਿਆਂ ਨੂੰ ਰੋਟੀ ਖਵਾ ਰਿਹਾ ਤਾਂ ਵਧੀਆ ਗੱਲ ਆ, ਅੱਛਾ ਕਰ ਰਿਹਾ ਵਾ, ਭਲਾ ਕਰ ਰਿਹਾ ਵਾ। ਲੇਕਿਨ ਅਗਰ ਉਹਨੇ ਸੁੱਖ ਲੈਣਾ ਵਾ, ਉਹ ਸੁੱਖ ਦੇ ਲਈ ਰਿਹਾ ਵਾ, ਲੰਗਰ ਲਾ ਰਿਹਾ ਸੁੱਖ ਦੇ ਲਈ, ਚੈਨ ਮਿਲ ਜਾਵੇ ਉਹਦੇ ਲਈ ਲੰਗਰ ਲਾ ਰਿਹਾ ਵਾ, ਜਾਂ ਗਰੀਬਾਂ ਦੀ ਕਿਸੇ ਦੀ ਮਦਦ ਕਰ ਰਿਹਾ ਵਾ, ਕਿਸੇ ਦਾ ਸਹਾਰਾ ਬਣ ਰਿਹਾ, ਤਾਂ ਮੇਰੇ ਪਿਆਰਿਓ ਉਹ ਲੰਗਰ ਦੇ ਨਾਲ ਨਹੀਂ ਗੱਲ ਬਣੇਗੀ। ਹਾਲੇਲੂਇਆ। ਤੋ ਇੱਕ ਉਦਾਹਰਨ ਦੇ ਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ। ਮੈਂ ਕਿਸੇ ਦਾਸ ਦੇ ਮੂੰਹੋਂ ਇੱਕ ਵਾਰੀ ਸੁਣ ਰਿਹਾ ਸੀ, ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਮਝਾਇਆ ਕਿ ਦੋ ਵਿਅਕਤੀ ਗੱਲਾਂ ਕਰਦੇ ਸਮੇਂ ਉਹਨਾਂ ਨੇ ਇੱਕ ਦੂਜੇ ਦੇ ਨਾਲ ਗੱਲਬਾਤ ਕਰ ਰਹੇ, ਇੱਕ ਵਿਅਕਤੀ ਦੂਸਰੇ ਵਿਅਕਤੀ ਨੂੰ ਬੜੀਆਂ ਵਧੀਆ ਗੱਲਾਂ ਦੱਸ ਰਿਹਾ ਸੀ, ਔਰ ਦੱਸਦੇ ਦੱਸਦੇ ਸੁਣਨ ਵਾਲੇ ਨੇ ਕਿਹਾ ਕਿ ਯਾਰ ਤੇਰੇ ਮੂੰਹ 'ਚ ਬੋ ਬੜੀ ਆਉਂਦੀ। ਤੋ ਜਿਹੜਾ ਗੱਲਾਂ ਦੱਸਣ ਵਾਲਾ ਸੀ ਉਹਨੇ ਕਿਹਾ ਕਿ ਮੈਂ ਤੈਨੂੰ ਐਡੀਆਂ ਵਧੀਆ ਗੱਲਾਂ ਦੱਸਣ ਦਿਆਂ, ਗਿਆਨ ਦੀਆਂ ਗੱਲਾਂ ਦੱਸਣ ਦਿਆਂ, ਧਰਮ ਦੀਆਂ ਗੱਲਾਂ ਦੱਸਣ ਦਿਆਂ, ਬਹੁਤ ਵਧੀਆ ਗੱਲਾਂ ਦੱਸਣ ਦਿਆਂ ਵਾਂ, ਤੇ ਤੇਰਾ ਧਿਆਨ ਉਹ ਗੱਲਾਂ ਵੱਲ ਨਾ ਹੋ ਕੇ ਤੇ ਮੇਰੇ ਮੂੰਹ 'ਚ ਜਿਹੜੀ ਬੋ ਆਉਂਦੀ ਉਹਦੇ ਵੱਲ ਗਿਆ। ਤੇ ਉਹਨੇ ਜਵਾਬ ਦਿੱਤਾ ਅੱਗੋਂ ਕਿ ਗੱਲਾਂ ਤੇ ਤੇਰੀਆਂ ਬਹੁਤ ਵਧੀਆ ਵਾ, ਤੇ ਬਹੁਤ ਵਧੀਆ ਤੁਸੀਂ ਗੱਲਾਂ ਕਰ ਰਹੇ, ਪਰ ਇਹਨਾਂ ਵਧੀਆ ਗੱਲਾਂ ਦੇ ਵਿੱਚੋਂ ਬਦਬੂ ਆਉਂਦੀ ਹੈ। ਇਸੇ ਮੁਤਾਬਕ ਮੇਰੇ ਪਿਆਰਿਓ ਸਾਡੇ ਕੰਮ ਬੜੇ ਵਧੀਆ ਵਾ, ਚਾਹੇ ਅਸੀਂ ਲੰਗਰ ਲਾਉਂਦੇ ਆ, ਚਾਹੇ ਗਰੀਬਾਂ ਦੀ ਮਦਦ ਕਰਦੇ ਆ, ਸੇਵਾ ਕਰਦੇ ਆ, ਮੈਂ ਇਹਨਾਂ ਚੀਜ਼ਾਂ ਦੇ ਖਿਲਾਫ ਨਹੀਂ ਆ, ਲੇਕਿਨ ਕੰਮ ਸਾਡੇ ਵਧੀਆ, ਪਰ ਇਹਨਾਂ ਵਧੀਆ ਕੰਮਾਂ ਦੇ ਵਿੱਚੋਂ ਪਾਪ ਦੀ ਬੋ ਆਉਂਦੀ ਆ ਪਰਮੇਸ਼ਰ ਨੂੰ ਜਦੋਂ ਅਸੀਂ ਇਹ ਕੰਮ ਕਰਦੇ ਆ। ਤੁਸੀਂ ਚੰਗਿਆਂ ਕੰਮਾਂ ਦੇ ਨਾਲ ਪਰਮੇਸ਼ਰ ਨੂੰ ਠੱਗ ਨਹੀਂ ਸਕਦੇ, ਪਰਮੇਸ਼ਰ ਨੂੰ ਆਪਣੀ ਵੱਲ ਖਿੱਚ ਨਹੀਂ ਸਕਦੇ, ਕਿਉਂਕਿ ਬਾਣੀ 'ਚ ਲਿਖਿਆ ਕਹਿੰਦਾ ਤੇਰੇ ਚੰਗੇ ਕੰਮ ਵੀ ਮੇਰੇ ਗਾੜੀ ਪਾਟੀਆਂ ਹੋਈਆਂ ਲੀਰਾਂ ਦੇ ਸਮਾਨ ਆ। ਇੱਕ ਬੰਨਿਓ ਅਸੀਂ ਲੰਗਰ ਲਾ ਕੇ ਭਲੇ ਕੰਮ ਕਰਦੇ ਆ, ਤੇ ਦੂਜੇ ਬੰਨਿਓ ਜਿੱਥੇ ਸਾਨੂੰ ਕਿਸੇ ਨੂੰ ਲੁੱਟਣ ਦਾ ਮੌਕਾ ਮਿਲਦਾ ਤੇ ਅਸੀਂ ਕੋਈ ਕਸਰ ਨਹੀਂ ਛੱਡਦੇ। ਸੋ ਇਸੇ ਮੁਤਾਬਕ ਮੇਰੇ ਪਿਆਰਿਓ ਇੱਧਰ ਲਿਖਿਆ ਕਿ ਤੁਹਾਡਾ ਪਾਪ ਤੁਹਾਡੇ ਉੱਤੇ ਆ ਪਵੇਗਾ। ਜਦੋਂ ਪਾਪ ਫੜਦਾ ਉਦੋਂ ਹਾਲਤ ਹੋ ਜਾਂਦੀ ਆ, ਨਾ ਮੈਨੂੰ ਸੁੱਖ ਆ, ਨਾ ਮੈਨੂੰ ਚੈਨ ਆ, ਨਾ ਮੈਨੂੰ ਆਰਾਮ ਆ, ਸਗੋਂ ਬੇਚੈਨੀ ਰਹਿੰਦੀ ਆ। ਬੇਚੈਨੀ ਦੇ ਲਈ ਅਗਰ ਜਦੋਂ ਅਸੀਂ ਵੇਖਦੇ ਆ, ਅੱਜ ਬਹੁਤ ਸਾਰੇ ਲੋਕ ਕਾਰੋਬਾਰ ਅੱਛਾ ਆ, ਬੱਚੇ ਵੀ ਹੈਗੇ ਆ, ਘਰ-ਬਾਰ ਵੀ ਚੰਗਾ ਵਾ, ਹਰ ਇੱਕ ਚੀਜ਼ ਹੈਗੀ ਆ, ਲੇਕਿਨ ਚੈਨ ਨਹੀਂ ਆ, ਬੇਚੈਨੀ ਰਹਿੰਦੀ ਆ। ਇਸ ਲਈ ਥੋੜੀ ਦੇਰ ਉਹਨਾਂ ਨੂੰ ਚੈਨ ਮਿਲ ਜਾਵੇ, ਉਹ ਸ਼ਰਾਬ ਦਾ ਸਹਾਰਾ ਲੈਂਦੇ ਆ। ਤੋ ਸ਼ਰਾਬ ਜਦੋਂ ਪੀਂਦੇ ਥੋੜੀ ਦੇਰ ਅਸਰ ਰਹਿੰਦਾ ਵਾ, ਤੇ ਜਦੋਂ ਸ਼ਰਾਬ ਦਾ ਅਸਰ ਖਤਮ ਹੋ ਜਾਂਦਾ ਤਾਂ ਫਿਰ ਉਹਨਾਂ ਨੂੰ ਬੇਚੈਨੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਾਂ ਕੁਝ ਲੋਕ ਸ਼ਰਾਬ ਦਾ ਸਹਾਰਾ ਨਾ ਲੈ ਕੇ ਉਹ ਨੀਂਦ ਦੀਆਂ ਗੋਲੀਆਂ ਦਾ ਸਹਾਰਾ ਲੈਂਦੇ, ਨੀਂਦ ਨਹੀਂ ਆਉਂਦੀ, ਚੈਨ ਨਹੀਂ ਆਉਂਦਾ। ਸਾਰੇ ਕੰਮ ਠੀਕ ਆ, ਲੰਗਰ ਵੀ ਲਾਉਂਦੇ ਆ, ਹਰ ਕੰਮ ਕਰਦੇ ਆ, ਭਲੇ ਕੰਮ ਕਰਦੇ, ਚੰਗੇ ਕੰਮ ਕਰਦੇ ਆ, ਲੇਕਿਨ ਉਹਨਾਂ ਨੂੰ ਆਰਾਮ ਨਹੀਂ, ਚੈਨ ਨਹੀਂ ਆ। ਤੇ ਉਹ ਚੈਨ ਆਉਣ ਦੇ ਲਈ ਸਾਰੇ ਕੰਮ ਕਰਦੇ ਸਮੇਂ ਵੀ ਚੈਨ ਨਹੀਂ। ਕਿਉਂ? ਕਿਉਂਕਿ ਤੇਰੇ ਪਾਪ ਨੇ, ਤੁਹਾਡੇ ਪਾਪ ਨੇ ਤੁਹਾਨੂੰ ਫੜਿਆ। ਜਿੰਨੀ ਦੇਰ ਤੱਕ ਤੁਹਾਡੇ ਪਾਪ ਨੇ ਤੁਹਾਨੂੰ ਫੜਿਆ ਵਾ, ਪਾਪ ਕੀ ਹਾਲਤ ਕਰਦਾ, ਨਾ ਸੁੱਖ ਰਹਿਣ ਦਿੰਦਾ, ਨਾ ਚੈਨ, ਨਾ ਆਰਾਮ, ਬੇਚੈਨੀ ਲਾਈ ਰੱਖਦਾ। ਤੋ ਆਦਮ ਦੀ ਗੱਲ ਕਰਦੇ ਕਿ ਆਦਮ ਜਦੋਂ ਆਦਮ ਦੇ ਬਾਗ ਦੇ ਵਿੱਚ ਰਹਿੰਦਾ ਸੀ, ਜਿਸ ਸਮੇਂ ਉਹਨੇ ਪਾਪ ਨਹੀਂ ਸੀ ਕੀਤਾ, ਉਹਦੇ ਕੋਲ ਸੁੱਖ ਵੀ ਸੀ, ਚੈਨ ਵੀ ਸੀ, ਆਰਾਮ ਵੀ ਸੀ, ਤੇ ਕੋਈ ਬੇਚੈਨੀ ਵੀ ਨਹੀਂ ਸੀ ਉਹਨੂੰ ਹੁੰਦੀ। ਲੇਕਿਨ ਜਿਵੇਂ ਹੀ ਉਹਨੇ ਆਪਣੇ ਬਣਾਉਣ ਵਾਲੇ, ਆਪਣੇ ਪਰਮੇਸ਼ਰ ਦੀ, ਆਪਣੇ ਸ੍ਰਿਸ਼ਟੀਕਰਤਾ ਦੀ ਇੱਛਾ ਨੂੰ ਛੱਡ ਕੇ ਤੇ ਆਪਣੀ ਇੱਛਾ ਦੇ ਨਾਲ ਚੱਲਣਾ ਸ਼ੁਰੂ ਕੀਤਾ, ਜੋ ਪਾਪ ਆ, ਤੇ ਉਹਦੇ ਪਾਪ ਨੇ ਉਹਨੂੰ ਫੜਿਆ, ਤੇ ਇਹ ਪਾਪ ਵੱਧਦਾ ਗਿਆ। ਇਨਸਾਨ ਦੀ ਹਾਲਤ ਦਿਨ ਪ੍ਰਤੀ ਦਿਨ ਉਸ ਪਾਪ ਦੇ ਕਾਰਨ ਵਿਗੜਦੀ ਗਈ। ਉਹਦਾ ਉਦਾਹਰਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਛੋਟੇ ਸੀ ਉਦੋਂ ਪਾਪ ਘੱਟ ਸੀ, ਤਾਂ ਪਾਪ ਘੱਟ ਹੋਣ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਵੀ ਘੱਟ ਸੀ। ਕਿਉਂਕਿ ਜਾਣਦੇ ਆ ਕਿ ਜਦੋਂ ਛੋਟੇ ਬਚਪਨ ਦੇ ਵਿੱਚ ਅਸੀਂ ਜਾਂਦੇ ਹੁੰਦੇ ਆ ਕਿ ਰਿਸ਼ਤੇਦਾਰ ਦੇ ਵਿਆਹ ਤੇ, ਤਾਂ ਕਈ ਦਿਨ ਪਹਿਲਾਂ ਹੀ ਉਹ ਵਿਆਹ ਦੇ ਉੱਤੇ ਚੱਲ ਜਾਣਾ, ਤੇ ਉਧਰ ਜਾ ਕੇ ਰਹਿਣਾ, ਤੇ ਉਧਰ ਸਾਰਿਆਂ ਨੂੰ, ਵਿਆਹ ਵਾਲਿਆਂ ਨੂੰ ਬੜਾ ਚਾਅ ਚੜ੍ਹਦਾ ਸੀ ਕਿ ਸਾਡੇ ਰਿਸ਼ਤੇਦਾਰ ਆਏ ਆ। ਲੇਕਿਨ ਅੱਜ ਦੇ ਸਮੇਂ ਦੇ ਵਿੱਚ ਅਸੀਂ ਵੇਖਦੇ ਆ ਕਿ ਜੇ ਕਿਸੇ ਦੇ ਘਰ 4 ਪ੍ਰਾਹੁਣੇ ਚਲੇ ਜਾਂਦੇ ਆ, ਤਾਂ ਪਹਿਲੀ ਗੱਲ ਤੇ ਉਹਨਾਂ ਨੂੰ ਵੇਖ ਕੇ ਹੀ ਹੋਰ ਤਰ੍ਹਾਂ ਹੋਣ ਡਿਆ ਪੈਂਦਾ ਕਿ 4 ਪ੍ਰਾਹੁਣੇ ਆ ਗਏ ਆ, ਹੁਣ ਰੋਟੀ ਪਾਣੀ ਪਕਾਉਣਾ ਪਵੇਗਾ, ਕਿੱਦਾਂ ਸਾਰਾ ਸਿਸਟਮ ਸਰੇਗਾ। ਅੱਜ ਕੱਲ੍ਹ ਲੋਕਾਂ ਨੇ ਵੀ ਉਦਾਂ ਦਾ ਸਿਸਟਮ ਬਣਾ ਲਿਆ, ਵਿਆਹ ਦੇ ਆਉਂਦੇ ਸਮੇਂ ਪੈਲਸ 'ਚ ਆਉਂਦੇ ਤੇ ਪੈਲਸ 'ਚੋਂ ਘਰ ਚਲ ਜਾਂਦੇ ਆ। ਤਾਂ ਕਹਿਣ ਦਾ ਮਤਲਬ, ਸਮਝਾਉਣ ਦਾ ਮਤਲਬ ਇਹ ਸੀ ਕਿ ਪੁਰਾਣੇ ਸਮੇਂ ਦੇ ਵਿੱਚ ਲੋਕ ਮੇਲ ਮਿਲਾਪ ਤੇ ਏਕਤਾ ਦੇ ਨਾਲ ਰਹਿੰਦੇ ਸੀ। ਉਸ ਸਮੇਂ ਪਾਪ ਇੰਨਾ ਨਹੀਂ ਸੀ। ਅਗਰ ਕਿਸੇ ਨੇ ਕੋਈ ਘਰ ਬਣਾਉਣਾ ਹੁੰਦਾ ਸੀ ਤਾਂ ਰਿਸ਼ਤੇਦਾਰ ਆ ਜਾਂਦੇ ਹੁੰਦੇ ਵੀ ਸਾਡੇ ਰਿਸ਼ਤੇਦਾਰਾਂ ਦਾ ਘਰ ਪੈਣ ਡਿਆ ਵਾ, ਤਾਂ ਦਿਹਾੜੀ ਤੇ ਮਜ਼ਦੂਰ ਲਿਆਉਣ ਦੀ ਬੜੀ ਘੱਟ ਜ਼ਰੂਰਤ ਪੈਂਦੀ ਸੀ। ਤੋ ਇਸ ਲਈ ਰਿਸ਼ਤੇਦਾਰ ਹੀ ਆ ਜਾਂਦੇ, ਕਹਿੰਦੇ ਕਿ ਅਸੀਂ ਮੰਗ ਖਾਣ ਚੱਲੇ ਆ। ਉਸ ਸਮੇਂ ਬੜਾ ਵਧੀਆ ਭਲਾ
ਸਮਾਂ ਸੀ, ਲੋਕ ਇੱਕ ਦੂਜੇ ਦੀ ਮਦਦ ਕਰਦੇ ਸੀ, ਮਦਦ ਕਰਕੇ ਖੁਸ਼ ਹੁੰਦੇ ਸੀ ਔਰ ਮਦਦ ਕਰਦੇ ਵੀ ਸੀ। ਔਰ ਅਸੀਂ ਬਜ਼ੁਰਗਾਂ ਦੇ ਕੋਲੋਂ ਸੁਣਿਆ ਵਾ ਕਿ ਉਹ ਕਹਿੰਦੇ ਕਿ ਪੁਰਾਣੇ ਸਮੇਂ 'ਚ ਦੁੱਧ ਨਹੀਂ ਸੀ ਵੇਚਦੇ ਹੁੰਦੇ। ਉਹ ਕਹਿੰਦੇ ਸੀ ਕਿ ਕਿਸੇ ਨੇ ਦੁੱਧ ਵੇਚਤਾ ਤੇ ਆਪਣਾ ਪੁੱਤ ਵੇਚਤਾ, ਉਹ ਇੱਕ ਬਰਾਬਰ ਆ। ਤੋ ਵੈਸੇ ਫ੍ਰੀ ਜੀ ਲੋਕਾਂ ਨੂੰ ਦੁੱਧ ਦੇ ਦੇਣਾ। ਤੋ ਕਹਿਣ ਦਾ ਮਤਲਬ ਉਦੋਂ ਮੇਲ ਮਿਲਾਪ ਸੀ, ਏਕਤਾ ਸੀ। ਕਿਸੇ ਦੇ ਘਰ ਕੋਈ ਪ੍ਰਾਹੁਣਾ ਚਾਰ ਜੀ ਆ ਜਾਂਦੇ ਸੀ ਤੋ ਖੁਸ਼ ਹੁੰਦੇ ਸੀ, ਹੱਥਾਂ ਦੇ ਨਾਲ ਮਿਹਨਤ ਕਰਦੇ ਸੀ, ਸਾਰਾ ਕੁਝ ਬੜਾ ਵਧੀਆ ਸੀ। ਲੋਕਾਂ ਕੋਲ ਜ਼ਿਆਦਾ ਪੈਸੇ ਵੀ ਨਹੀਂ ਸੀ ਹੁੰਦੇ, ਪਰ ਫਿਰ ਵੀ ਇੱਕ ਦੂਜੇ ਦੀ ਮਦਦ ਕਰਕੇ ਖੁਸ਼ ਹੁੰਦੇ ਸੀ। ਤੇ ਉਸ ਸਮੇਂ ਅਸੀਂ ਵੇਖਦੇ ਬਿਮਾਰੀ ਵੀ ਨਹੀਂ ਸੀ ਇੰਨੀ। ਅਸੀਂ ਕਦੀ ਕਰੋਨਾ ਵਾਇਰਸ ਦਾ ਉਦੋਂ ਨਾਂ ਨਹੀਂ ਸੁਣਿਆ, ਅਸੀਂ ਉਦੋਂ ਕਦੀ ਸ਼ੂਗਰ ਦਾ ਕਦੀ ਨਾਂ ਨਹੀਂ ਸੁਣਿਆ, ਉਦੋਂ ਅਸੀਂ ਬਹੁਤਾ ਕਿਤੇ ਟੀਵੀ ਦੀ ਬਿਮਾਰੀ ਦਾ ਨਾਂ ਨਹੀਂ ਸੁਣਿਆ। ਆ ਬੀਪੀ ਘਟ ਜਾਂਦਾ ਵੱਧ ਜਾਂਦਾ, ਇਹਦਾ ਇੰਨਾ ਬਹੁਤਾ ਕਿਤੇ ਨਾਂ ਨਹੀਂ ਸੁਣਿਆ। ਆ ਗੈਂਠੀਆ, ਦਮਾ, ਜੂਰੀਆ, ਇਹੋ ਜਿਹੀਆਂ ਬਿਮਾਰੀਆਂ ਦਾ ਪਹਿਲਾਂ ਅਸੀਂ ਕਦੀ ਵੀ ਨਾਂ ਨਹੀਂ ਸੁਣਿਆ। ਕਿਉਂਕਿ ਉਦੋਂ ਪਾਪ ਘੱਟ ਸੀ। ਜਿਵੇਂ ਜਿਵੇਂ ਪਾਪ ਵੱਧਦਾ ਗਿਆ ਤਿਵੇਂ ਤਿਵੇਂ ਬਿਮਾਰੀਆਂ ਵੀ ਵੱਧਦੀਆਂ ਗਈਆਂ। ਹੁਣ ਪਾਪ ਇੰਨਾ ਕੁ ਵੱਧ ਗਿਆ ਕਿ ਅਲੱਗ-ਅਲੱਗ ਬਿਮਾਰੀਆਂ ਆ ਰਹੀਆਂ। ਅੱਜ ਤੋਂ 1-2 ਸਾਲ ਪਹਿਲਾਂ ਕਰੋਨਾ ਵਾਇਰਸ ਆਇਆ, ਹੁਣ ਅਸੀਂ ਵੇਖਦੇ ਹਾਂ ਕਿ ਡੰਗਰਾਂ ਦੀ ਭਿਆਨਕ ਬਿਮਾਰੀ ਆ ਗਈ ਹੈ। ਤੇ ਮੇਰੇ ਪਿਆਰਿਓ, ਸਭ ਕੁਝ ਕਾਹਦੇ ਕਾਰਨ ਹੈ? ਇਹ ਪਾਪ ਦੇ ਹੀ ਕਾਰਨ ਹੈ। ਪਾਪ ਦੇ ਕਾਰਨ ਜਿਵੇਂ ਜਿਵੇਂ ਪਾਪ ਵੱਧਦਾ ਤਿਵੇਂ ਤਿਵੇਂ ਬਿਮਾਰੀਆਂ ਵੀ ਵੱਧ ਰਹੀਆਂ ਵਾ। ਹਾਲੇਲੂਇਆ। ਤੁਸੀਂ ਵੇਖਿਆ ਕਿ ਇਧਰ ਕਿ ਤੁਹਾਡਾ ਪਾਪ ਤੁਹਾਡੇ ਉੱਤੇ ਆ ਪਵੇਗਾ। ਆਦਮ ਨੇ ਜਦੋਂ ਪਾਪ ਕੀਤਾ, ਆਦਮ ਦੇ ਪਾਪ ਨੇ ਉਹਨੂੰ ਫੜਿਆ ਤੇ ਨਾ ਉਹਦੇ ਕੋਲ ਸੁੱਖ ਰਹਿ ਗਿਆ, ਨਾ ਚੈਨ ਰਹਿ ਗਿਆ, ਨਾ ਆਰਾਮ ਰਹਿ ਗਿਆ। ਉਹ ਆਰਾਮ, ਸੁੱਖ, ਚੈਨ ਪਾਉਣ ਦੇ ਲਈ ਇਹਨੇ ਬੜੀ ਕੋਸ਼ਿਸ਼ ਕੀਤੀ, ਬੜੇ ਦਾਨ ਪੁੰਨ ਭਜਨ ਕੀਰਤਨ ਕੀਤੇ, ਲੇਕਿਨ ਗੱਲ ਨਹੀਂ ਬਣੀ। ਫਿਰ ਇਹਨੇ ਅਲੱਗ-ਅਲੱਗ ਧਰਮ ਸਥਾਨਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਸੁੱਖ, ਚੈਨ, ਆਰਾਮ ਆ ਜਾਵੇ ਤੇ ਬੇਚੈਨੀ ਦੂਰ ਹੋ ਜਾਵੇ, ਪਰ ਹੁੰਦੀ ਨਹੀਂ ਸੀ। ਕਿਉਂਕਿ ਇਹਦੇ ਪਾਪ ਨੇ ਇਹਨੂੰ ਫੜਿਆ ਸੀ। ਤੋ ਪਾਪ ਦੇ ਫੜਨ ਦੇ ਲਈ ਮੈਂ 2 ਉਦਾਹਰਨਾਂ ਤੁਹਾਨੂੰ ਬਾਈਬਲ 'ਚ ਦੇਣਾ ਚਾਹੁੰਦਾ, ਫਿਰ ਅਸੀਂ 1-2 ਆਇਤਾਂ ਪੜ੍ਹ ਕੇ ਸਮਾਪਤੀ ਕਰਾਂਗੇ। ਅਸੀਂ ਜਦੋਂ ਪੜ੍ਹਦੇ ਹਾਂ ਖੁਦਾ ਦੇ ਬਾਣੀ ਦੇ ਵਿੱਚੋਂ ਯਹੂਨਾ ਦੀ ਅੰਜੀਲ 5 ਅਧਿਆਏ ਉਹਦੀ ਸ਼ੁਰੂ ਤੋਂ ਅਸੀਂ ਜਦੋਂ ਪੜ੍ਹਦੇ ਹਾਂ, ਉਧਰ ਲਿਖਿਆ ਯੀਸ਼ੂ ਮਸੀਹ ਜਾਂਦੇ ਸਮੇਂ ਯਰੂਸ਼ਲਮ ਦੇ ਵਿੱਚ ਇੱਕ ਭੇਡਾਂ ਵਾਲਾ ਦਰਵਾਜ਼ਾ ਸੀ। ਤੋ ਉਧਰ ਇੱਕ ਤਲਾਅ ਸੀ। ਉਹ ਤਲਾਅ ਨੂੰ ਸਮੇਂ-ਸਮੇਂ ਤੇ ਆਣ ਕੇ ਪ੍ਰਭੂ ਦਾ ਕੋਈ ਜਨ ਹਿਲਾਉਂਦਾ ਹੁੰਦਾ ਸੀ। ਤੋ ਉਹ ਤਲਾਅ ਦੇ ਆਲੇ ਦੁਆਲੇ ਬੜੇ ਹੀ ਰੋਗੀ ਪਏ ਰਹਿੰਦੇ ਸੀ। ਔਰ ਜਦੋਂ ਹੀ ਕੋਈ ਪਰਮੇਸ਼ਰ ਦਾ ਜਨ ਆਣ ਕੇ ਉਸ ਪਾਣੀ ਨੂੰ ਹਿਲਾਉਂਦਾ ਸੀ, ਤੋ ਜਿਹੜਾ ਰੋਗੀ ਕਿਹੋ ਜਿਹਾ ਵੀ ਉਹਦਾ ਰੋਗ ਹੁੰਦਾ ਸੀ, ਉਹ ਉਸ ਪਾਣੀ ਦੇ ਵਿੱਚ ਜਦੋਂ ਚਲਿਆ ਜਾਂਦਾ ਸੀ ਤਾਂ ਉਹਦਾ ਸਾਰਾ ਰੋਗ ਜਾਂਦਾ ਰਹਿੰਦਾ ਸੀ। ਤਾਂ ਉਧਰ ਇੱਕ ਵਿਅਕਤੀ ਸੀ ਜਿਹਨੂੰ ਉਧਰ ਪਏ ਨੂੰ ਕਿਸੇ ਰੋਗ ਦਾ ਮਾਰਾ ਸੀ। ਉਹ ਉਧਰ ਪਏ ਨੂੰ ਉਹਨੂੰ 38 ਸਾਲ ਹੋ ਗਏ ਸੀ। 38 ਸਾਲਾਂ ਦਾ ਬਿਮਾਰ ਉਧਰ ਰਹਿੰਦਾ ਸੀ। ਤੇ ਯੀਸ਼ੂ ਮਸੀਹ ਲੰਘਦੇ ਸਮੇਂ ਉਹਦੇ ਕੋਲ ਗਏ ਤੇ ਉਹਨੇ ਜਾ ਕੇ ਯੀਸ਼ੂ ਮਸੀਹ ਹੁਣਾਂ ਨੇ ਉਹਨਾਂ ਨੂੰ ਜਾ ਕੇ ਪੁੱਛਿਆ, ਨਾਲ ਯੀਸ਼ੂ ਮਸੀਹ ਦੇ ਚੇਲੇ ਵੀ ਸੀ। ਉਹਨੇ ਯੀਸ਼ੂ ਮਸੀਹ ਨੇ ਜਾ ਕੇ ਪੁੱਛਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ? ਉਹਨੇ ਅੱਗੋਂ ਆਪਣੀ ਗੱਲ ਦੱਸਣੀ ਸ਼ੁਰੂ ਕਰ ਦਿੱਤੀ ਪਰਮੇਸ਼ਰ ਨੂੰ, ਪ੍ਰਭੂ ਯੀਸ਼ੂ ਮਸੀਹ ਨੂੰ। ਔਰ ਪ੍ਰਭੂ ਨੇ ਕਿਹਾ, ਔਰ ਉਸ ਸਮੇਂ ਪਰਮੇਸ਼ਰ ਨੇ ਖੁਦਾ ਨੇ ਉਹਨੂੰ ਕਿਹਾ ਆਪਣੀ ਮੰਜੀ ਚੁੱਕ ਤੇ ਆਪਣੇ ਘਰ ਨੂੰ ਚਲਿਆ ਜਾ। तो उसी घड़ी उन्हें अपनी मंजी चुकी और मंजी चुक के घर नूं चलिया गया। 38 साल का रोगी चंगा हो गया। लेकिन एक बारी फिर उही रोगी जिहड़ा चंगा हो गया सी, कुछ दिन बाद वो प्रभु नूं उधर दे मंदिर दे विच, उस समय दी हैकल दे विच जिधर यहूदी लोग आण के प्रार्थना करते सी, उधर यीशु मसीह नूं वो मिलिया। ते यीशु मसीह नूं जदों वो मिलिया, यीशु मसीह ने एक गल कही, कहंदा कि हुण तूं चंगा हो गया वा ते गां पाप ना करी, नहीं ते एदों भी वड्डी विपता तेरे उत्ते आ पैनी है। इहदा मतलब यीशु मसीह ने की कहा, कहंदा कि तू पाप ना करी, नहीं ते एदों भी वड्डी विपता, यानी कि तेरे पाप ने फिर तेनू फड़ देना है। अगे तेरे पाप ने तेनू फड़िया सी ते तू 38 साल तक उस तलाअ दे कंढे ते पिया रहा वा, ते तेनू कोई अपना भी तेरे सारे अपने साथ छड्ड गए कि किसी ने भी यह मुशक्कत नहीं की कि जो पानी हिलाया जाता तो तेन उस पानी के सुटिया जाए या पाया जाए, तू चंगा हो जाए। तो 38 साल तक तेरे पाप ने तेन फड़ी रखा, तो हुण तू पाप तो आजाद किया गया वा, तो हुण ना कोई पाप करी, नहीं तो एदों भी वड्डी विपता आ जानी। इत्थों भी सानूं पता लगता कि पाप दे कारण अज साडे ते तरह तरह दी विपतां, मुश्किलां, मुसीबतां, बीमारियां सानूं फड़ लैंदियां। इसलिए इधर लिखिया, ना तो मैनूं सुख आ, ना चैन आ, ना आराम आ, सगों बेचैनी ही रहिंदी है। एक व्यक्ति के बारे असीं होर पढ़दे हां, समा नहीं कि पढ़ के दस्सिया जावे।
ਲੇਕਿਨ ਮੈਂ ਤੁਹਾਨੂੰ ਦੱਸਦਾ, ਤੁਸੀਂ ਪੜ੍ਹ ਸਕਦੇ ਜੇ ਉਹਨੂੰ, ਮੱਤੀ ਦੀ ਅੰਜੀਲ 9 ਬਾਬ 1 ਤੋਂ ਲੈ ਕੇ ਥੱਲੇ ਥੱਲੇ ਤੱਕ ਜਦੋਂ ਤੁਸੀਂ ਪੜ੍ਹੋਗੇ, ਉਧਰ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਵਾ ਕਿ ਪ੍ਰਭੂ ਇੱਕ ਜਗ੍ਹਾ ਤੇ ਗਏ, ਜਾਂਦੇ ਸਮੇਂ ਇੱਕ ਅਧਰੰਗੀ ਸੀ। ਅਧਰੰਗੀ ਜਿਹੜਾ ਚੱਲ ਨਹੀਂ ਸਕਦਾ, ਮੰਜੀ ਤੇ ਪਿਆ ਰਹਿੰਦਾ ਸੀ, ਔਰ ਉਹਨਾਂ ਨੂੰ ਪਤਾ ਲੱਗਾ ਕਿ ਯਿਸੂ ਮਸੀਹ ਸਾਡੇ ਇਲਾਕੇ ਦੇ ਵਿੱਚ ਆਇਆ, ਔਰ ਲਿਖਿਆ ਕਿ ਉਹ ਉਹਨੂੰ ਮੰਜੀ ਦੇ ਸਣੇ ਹੀ ਚੁੱਕ ਕੇ ਪ੍ਰਭੂ ਯਿਸੂ ਮਸੀਹ ਦੇ ਕੋਲ ਲੈ ਗਏ। ਔਰ ਜਦੋਂ ਲੈ ਕੇ ਗਏ, ਯਿਸੂ ਮਸੀਹ ਨੇ ਆਉਂਦੇ ਨੂੰ ਵੇਖ ਕੇ, ਉਹਦੀ ਨੇਚਾ ਵੇਖ ਕੇ ਕਿਹਾ, ਹੌਸਲਾ ਰੱਖ ਪੁੱਤਰ, ਤੇਰੇ ਪਾਪ ਮਾਫ ਹੋਏ। ਤੋ ਜਦੋਂ ਅਸੀਂ ਉਸ ਅਧਰੰਗੀ ਦੇ ਵੱਲ ਗੰਭੀਰਤਾ ਦੇ ਨਾਲ ਵੇਖਦੇ ਆ, ਉਹ ਅਧਰੰਗੀ ਜਿਹੜਾ ਵਾ ਮੰਜੇ ਤੇ ਪਿਆ ਰਹਿੰਦਾ ਵਾ, ਔਰ ਮੰਜੇ ਤੇ ਪਏ ਹੋਏ ਇਨਸਾਨ ਨੂੰ ਪੁੱਛੋ, ਹੋ ਸਕਦਾ ਜਿੰਨੇ ਤੁਸੀਂ ਸੁਣ ਰਹੇ ਜੇ, ਤੁਸੀਂ ਵੀ ਕਦੀ ਥੋੜਾ ਕੁਝ ਦੁੱਖ ਆਉਂਦੇ ਸਮੇਂ 1-2 ਦਿਨ ਮੰਜੇ ਤੇ ਪੈ ਕੇ ਰੈਸਟ ਕੀਤੀ ਹੋਣੀ, 1-2 ਦਿਨ ਮੰਜੇ ਤੇ ਪਏ ਹੋਣੇ ਆ। ਤਾਂ ਮੰਜੇ ਤੇ ਪਏ ਹੋਏ ਉਸ ਸਮੇਂ ਨੂੰ ਜਾਂ ਉਸ ਕੰਡੀਸ਼ਨ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ। ਤਾਂ ਇਹ ਅਧਰੰਗੀ ਕੀ ਪਤਾ ਕਿੰਨੇ ਕੁ ਸਮੇਂ ਤੋਂ, ਕਿੰਨੇ ਕੁ ਚਿਰ ਤੋਂ ਮੰਜੀ ਤੇ ਪਿਆ ਸੀ ਤੇ ਕੀ ਹਾਲਾਤ ਹੋਏਗੀ। ਇਹਦੇ ਵੱਲ ਜ਼ਿੰਦਗੀ ਵੱਲ ਵੇਖੀਏ ਤੇ ਇਹਦੀ ਜ਼ਿੰਦਗੀ ਵਿੱਚ ਨਾ ਤਾਂ ਸੁੱਖ ਆ, ਨਾ ਚੈਨ ਆ, ਨਾ ਆਰਾਮ ਆ, ਤੇ ਮੰਜੇ ਤੇ ਪਏ ਨੂੰ ਬੇਚੈਨੀ ਹੀ ਰਹਿੰਦੀ ਸੀ। ਤਾਂ ਇਹਨੂੰ 4 ਜਣੇ ਚੁੱਕ ਕੇ ਯਿਸੂ ਮਸੀਹ ਦੇ ਕੋਲ ਲੈ ਕੇ ਆਏ ਮੰਜੀ ਦੇ ਸਣੇ। ਤਾਂ ਅਸੀਂ ਸਭ ਜਾਣਦੇ ਆ 4 ਜਣੇ ਕਦੋਂ ਚੁੱਕਦੇ ਆ। 4 ਜਣੇ ਉਦੋਂ ਚੁੱਕਦੇ ਆ ਜਦੋਂ ਇੱਕ ਵਿਅਕਤੀ ਦੇ ਅੰਦਰ ਸਾਹ ਪ੍ਰਾਣ ਨਹੀਂ ਰਹਿੰਦੇ। ਤਾਂ ਮੇਰੇ ਪਿਆਰਿਓ, ਪਾਪ ਨੇ ਇਸ ਅਧਰੰਗੀ ਦੀ ਹਾਲਤ ਕੀ ਕੀਤੀ ਕਿ ਨਾ ਤੇ ਉਹਦੇ ਕੋਲ ਸੁੱਖ ਰਹਿਣ ਦਿੱਤਾ, ਨਾ ਚੈਨ, ਨਾ ਆਰਾਮ। ਉਹਨੂੰ ਮੰਜੇ ਤੇ ਪਏ ਨੂੰ ਬੇਚੈਨੀ ਰਹਿੰਦੀ ਆ। ਆਪਣੇ ਰਿਸ਼ਤੇਦਾਰਾਂ ਨੂੰ, ਘਰ ਦੇ ਮੈਂਬਰਾਂ ਨੂੰ, ਪਿੰਡ ਵਾਸੀਆਂ ਨੂੰ ਤੁਰਦੇ ਫਿਰਦੇ ਵੇਖਦੇ, ਵਿਆਹ ਸ਼ਾਦੀਆਂ ਤੇ ਆਉਂਦੇ ਜਾਂਦੇ ਵੇਖ ਕੇ ਉਹਦੇ ਵੀ ਮਨ ਵਿੱਚ ਆਉਂਦਾ ਹੋਊਗਾ, ਕਿਤੇ ਮੈਂ ਵੀ ਤੰਦਰੁਸਤ ਹੁੰਦਾ, ਤੁਰਨ ਜੋਗਾ ਹੁੰਦਾ, ਇਹਨਾਂ ਵਾਂਗੂ ਘੁੰਮ ਕੇ ਆਪਣਾ ਪਿੰਡ ਵੇਖਦਾ, ਆਪਣੇ ਰਿਸ਼ਤੇਦਾਰਾਂ ਨੂੰ ਮਿਲਦਾ, ਅਲੱਗ-ਅਲੱਗ ਆਪਣੇ ਪਿੰਡ ਦੀਆਂ ਜਗ੍ਹਾ ਨੂੰ ਜਾ ਕੇ ਵੇਂਦਾ। ਪਰ ਮੇਰੇ ਪਿਆਰਿਓ, ਇਸ ਚੀਜ਼ ਨੂੰ ਲੈ ਕੇ ਜ਼ਰੂਰ ਉਹਦੇ ਅੰਦਰ ਚੈਨ ਨਹੀਂ ਹੋਏਗਾ। ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਪ੍ਰਭੂ ਯਿਸੂ ਮਸੀਹ ਇੱਧਰ ਆਇਆ, ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਕੋਲ ਖੜਿਆ। ਪ੍ਰਭੂ ਯਿਸੂ ਮਸੀਹ ਨੇ ਜਾਂਦਿਆਂ ਇਹ ਨਹੀਂ ਕਿਹਾ ਵੀ ਪੁੱਤਰਾ ਤੂੰ ਚੰਗਾ ਹੋ ਗਿਆ, ਹਾਲਾਂਕਿ ਯਿਸੂ ਮਸੀਹ ਨੂੰ ਉਧਰ ਇਹ ਕਹਿਣਾ ਚਾਹੀਦਾ ਹੈ, ਲੇਕਿਨ ਯਿਸੂ ਮਸੀਹ ਨੂੰ ਪਤਾ ਹੈ ਕਿ ਇਹ ਬਿਮਾਰੀ ਜੋ ਅਧਰੰਗ ਦੀ ਬਿਮਾਰੀ ਨੇ ਇਹਨੂੰ ਫੜਿਆ ਵਾ, ਇਹ ਇਹਦੇ ਪਾਪ ਦੇ ਕਾਰਨ। ਇਸ ਕਰਕੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਦੀ ਨੇਚਾ, ਉਹਨਾਂ ਦਾ ਵਿਸ਼ਵਾਸ ਵੇਖ ਕੇ ਕਿਹਾ, ਹੌਸਲਾ ਰੱਖ ਪੁੱਤਰ, ਤੇਰੇ ਪਾਪ ਮਾਫ ਹੋਏ। ਤਾਂ ਮੇਰੇ ਪਿਆਰੇ, ਇੱਥੋਂ ਸਿੱਖਣ ਨੂੰ ਸਾਨੂੰ ਕੀ ਮਿਲਦਾ? ਪਾਪ ਦੇ ਕਾਰਨ ਉਹਨੂੰ ਅਧਰੰਗ ਦੀ ਬਿਮਾਰੀ ਨੇ ਫੜਿਆ ਸੀ। ਅੱਜ ਸਾਨੂੰ ਵੀ, ਜੋ ਅਸੀਂ ਇਸ ਵਚਨ ਨੂੰ ਸੁਣ ਰਹੇ ਆ ਜਾਂ ਜਿਨ੍ਹਾਂ ਨੇ ਬਾਅਦ ਵਿੱਚ ਸੁਣਨਾ ਵਾ, ਹੋ ਸਕਦਾ ਅੱਜ ਸਾਡੇ ਵਿੱਚੋਂ ਵੀ, ਜਾਂ ਸਾਨੂੰ ਵੀ, ਜਾਂ ਸਾਡੇ ਕਿਸੇ ਰਿਸ਼ਤੇਦਾਰ ਜਾਂ ਭੈਣ ਭਰਾ ਜਾਂ ਸਾਡੇ ਕਿਸੇ ਜਾਣ ਪਛਾਣ ਵਾਲੇ ਨੂੰ ਪਾਪ ਨੇ ਫੜਿਆ ਹੋਵੇ। ਪਾਪ ਦੇ ਕਾਰਨ ਕੋਈ ਇਹੋ ਜਿਹਾ ਰੋਗ ਲੱਗਾ ਹੋਵੇ ਜਦੋਂ ਤੋਂ ਚੰਗਿਆਈ ਨਹੀਂ ਆ, ਜਦੋਂ ਤੋਂ ਸ਼ਿਫਾ ਨਹੀਂ ਆ, ਛੁਟਕਾਰਾ ਨਹੀਂ ਆ। ਇਲਾਜ ਬਥੇਰਾ ਕਰਾਇਆ, ਬੜੀਆਂ ਦਵਾਈਆਂ ਖਾਧੀਆਂ, ਅਲੱਗ-ਅਲੱਗ ਡਾਕਟਰਾਂ ਦੇ ਕੋਲ ਗਏ ਆ, ਅਲੱਗ-ਅਲੱਗ ਝਾੜ ਫੂਕ ਜਿਹੜੇ ਵਾ ਉਹਨਾਂ ਦੇ ਕੋਲ ਗਏ ਆ, ਜਿੱਥੇ ਦੱਸ ਪੈਂਦੀ ਉੱਥੇ ਗਏ ਆ, ਪਰ ਕੁਝ ਆਰਾਮ ਨਹੀਂ ਆ। ਤਾਂ ਆਰਾਮ ਨਹੀਂ ਆ ਮੇਰੇ ਪਿਆਰਿਓ, ਅੱਜ ਪਰਮੇਸ਼ਰ ਦਾ ਵਚਨ ਫਿਰ ਤੁਹਾਡੇ ਲਈ ਆ, ਕਿਉਂਕਿ ਲਿਖਿਆ ਤੇਰਾ ਪਾਪ ਤੈਨੂੰ ਫੜੇਗਾ। ਤਾਂ ਤੁਹਾਡੇ ਪਾਪ ਨੇ ਤੁਹਾਨੂੰ ਫੜਿਆ ਵਾ, ਤਾਂ ਮੁਕਤੀ ਸਿਰਫ ਯਿਸੂ ਮਸੀਹ ਦੇ ਕੋਲ ਆ, ਕਿਉਂਕਿ ਉਧਰ ਯਿਸੂ ਮਸੀਹ ਨੇ ਮੱਤੀ 9 ਬਾਬ ਦੇ ਵਿੱਚ ਕਿਹਾ, ਹੌਸਲਾ ਰੱਖ ਪੁੱਤਰ, ਤੇਰੇ ਪਾਪ ਮਾਫ ਹੋ ਗਏ। ਅੱਜ ਲੋਕ ਉੱਤੋਂ ਇਲਾਜ ਕਰਵਾਉਂਦੇ ਆ। ਉੱਤੋਂ ਦਾ ਮਤਲਬ, ਇਸ ਗੱਲ ਨੂੰ ਸਮਝਣ ਦੇ ਲਈ ਗੰਭੀਰਤਾ ਦੇ ਨਾਲ, ਹੋਰ ਡੂੰਘਾਈ ਚ ਅਗਰ ਇਸ ਗੱਲ ਨੂੰ ਸਮਝਣਾ, ਤਾਂ ਜਦੋਂ ਅਸੀਂ ਵੇਖਦੇ ਹਾਂ ਕਿ ਇੱਕ ਵਿਅਕਤੀ ਨੂੰ ਜਦੋਂ ਟੀਵੀ ਹੋ ਜਾਂਦੀ ਆ, ਉਹਦੇ ਲੱਛਣ ਕੀ ਹੁੰਦੇ ਆ? ਟੀਵੀ ਦੇ ਲੱਛਣ ਕੀ ਆ? ਕਿ ਬੁਖਾਰ ਰਹਿਣਾ ਹਰ ਸਮੇਂ, ਕਦੀ ਲੱਥ ਜਾਣਾ, ਕਦੀ ਚੜ ਜਾਣਾ, ਤਾਂ ਖਾਂਸੀ ਆਉਣੀ, ਖਾਂਸੀ ਦੇ ਨਾਲ ਬਲਗਮ ਆਉਣੀ। ਇਹ ਆ ਟੀਵੀ ਦੇ ਲੱਛਣ। ਕਿਸੇ ਨੂੰ ਟੀਵੀ ਹੋਈ ਹੋਊਗੀ ਤਾਂ ਉਹਦੇ ਨਾਲ ਉਹਨੂੰ ਖਾਂਸੀ ਆਏਗੀ, ਬਲਗਮ ਆਏਗੀ, ਬੁਖਾਰ ਚੜੇਗਾ। ਤਾਂ ਉਹ ਟੀਵੀ ਦੀ ਬਿਮਾਰੀ ਦੀ ਦਵਾਈ ਨਾ ਖਾ ਕੇ ਕੱਲੀ ਬੁਖਾਰ ਦੀ ਖਾਈ ਜਾਵੇ, ਕੱਲੀ ਖੰਘ ਦੀ, ਖਾਂਸੀ ਦੀ ਦਵਾਈ ਖਾਈ ਜਾਵੇ, ਤਾਂ ਥੋੜਾ ਚਿਰ ਉਹਨੂੰ ਰਮਾਨ ਰਹੇਗਾ, ਫਿਰ ਉਹਦਾ ਉਹੀ ਹਾਲ ਹੋ ਜਾਵੇਗਾ। ਅਗਰ ਉਹਨੇ ਪ੍ਰੋਪਰ ਇਲਾਜ ਕਰਾਉਣਾ ਆ, ਪੱਕਾ ਇਲਾਜ ਕਰਾਉਣਾ ਖਾਂਸੀ ਦਾ ਤੇ ਬੁਖਾਰ ਦਾ, ਤਾਂ ਉਹਨੂੰ ਜੜ ਨੂੰ ਫੜਨਾ ਪੈਣਾ। ਜੜ ਕੀ ਆ? ਜੜ ਆ ਉਹ ਅੰਦਰ ਵੜੀ ਹੋਈ ਟੀਵੀ ਦੀ ਬਿਮਾਰੀ। ਤੇ ਜਿਹੜੇ ਉੱਤੇ ਦੇਖ ਰਿਹਾ, ਬੁਖਾਰ ਦੇਖ ਰਿਹਾ ਵਾ, ਖਾਂਸੀ ਦੇਖ ਰਹੀ, ਇਹ ਤਾਂ ਸਿਰਫ ਲੱਛਣ ਆ। ਇਸੇ ਮੁਤਾਬਕ ਮੇਰੇ ਪਿਆਰਿਓ, ਹੋ ਸਕਦਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨੇ ਫੜਿਆ ਵਾ, ਕਿਸੇ ਵੀ ਤਰ੍ਹਾਂ ਦੇ ਕਿਸੇ ਅਧਰੰਗ ਨੇ ਫੜਿਆ ਵਾ, ਕਿਸੇ ਵੀ ਤਰ੍ਹਾਂ ਦੇ ਕਿਸੇ ਰੋਗ ਨੇ ਫੜਿਆ ਵਾ, ਤਾਂ ਉਹਦੀ ਤਹਿ ਤੱਕ ਜਾਣਾ। ਅਗਰ ਡਾਕਟਰਾਂ ਦੇ ਕੋਲੋਂ ਚੰਗਿਆਈ ਨਹੀਂ ਮਿਲ ਰਹੀ, ਅਗਰ ਤਰ੍ਹਾਂ ਦੇ ਕੰਮ ਕਰਕੇ ਚੰਗਿਆਈ ਨਹੀਂ ਮਿਲ ਰਹੀ, ਅਗਰ ਦਵਾ ਪ੍ਰਾਰਥਨਾ ਦੁਆਰਾ ਚੰਗਿਆਈ ਨਹੀਂ ਮਿਲ ਰਹੀ, ਤਾਂ ਉਹਦੀ ਜੜ ਤੱਕ ਜਾਣਾ। ਉਹਦੀ ਜੜ ਕੀ ਆ? ਉਹਦੀ ਜੜ ਆ ਪਾਪ। ਪਾਪ ਨੇ ਲਿਖਿਆ, ਤੁਹਾਡਾ ਪਾਪ ਤੁਹਾਡੇ ਉੱਤੇ ਆ ਪਵੇਗਾ, ਤੁਹਾਡਾ ਪਾਪ ਤੁਹਾਨੂੰ ਫੜੇਗਾ। ਅੱਜ ਬੜੇ ਲੋਕਾਂ ਦੇ ਪਾਪਾਂ ਨੇ ਉਹਨਾਂ ਨੂੰ ਫੜਿਆ ਵਾ।
ਕੋਈ ਆਰਾਮ ਨਹੀਂ ਆ, ਕੋਈ ਚੰਗਿਆਈ ਨਹੀਂ ਆ, ਨਾ ਸੁੱਖ ਆ, ਨਾ ਚੈਨ ਆ, ਨਾ ਆਰਾਮ ਆ, ਸਿਰਫ ਤੇ ਸਿਰਫ ਕੀ ਰਹਿੰਦੀ ਆ? ਬੇਚੈਨੀ ਰਹਿੰਦੀ ਆ। ਤੇ ਮੇਰੇ ਪਿਆਰਿਓ, ਜਦੋਂ ਬੇਚੈਨੀ ਰਹਿੰਦੀ ਆ, ਆਰਾਮ ਲੱਭਦੇ ਫਿਰਦੇ ਆ, ਸੁੱਖ ਲੱਭਦੇ ਫਿਰਦੇ ਆ, ਚੈਨ ਲੱਭਦੇ ਫਿਰਦੇ ਆ, ਜਦੋਂ ਨਹੀਂ ਮਿਲਦਾ ਤਾਂ ਹਾਰ ਕੇ ਭਗਤੀ ਕਰਨੀ ਸ਼ੁਰੂ ਕਰ ਦਿੰਦੇ ਆ, ਪਰਮੇਸ਼ਰ ਨੂੰ ਪੁਕਾਰਨਾ ਸ਼ੁਰੂ ਕਰ ਦਿੰਦੇ ਆ। ਤੇ ਜਦੋਂ ਪਰਮੇਸ਼ਰ ਨੂੰ ਪੁਕਾਰਦੇ ਆ, ਸੁੱਖ ਲੱਭਦੇ ਆ, ਚੈਨ ਲੱਭਦੇ ਆ, ਆਰਾਮ ਲੱਭਦੇ ਆ, ਚਾਹੁੰਦੇ ਆ ਕਿ ਬੇਚੈਨੀ ਹਟ ਜਾਵੇ ਤੇ ਚੈਨ ਆ ਜਾਵੇ, ਤਾਂ ਪਰਮੇਸ਼ਰ ਨੂੰ ਪੁਕਾਰਦੇ। ਉਸ ਸਮੇਂ ਕੀ ਹੁੰਦਾ? ਪਰਮੇਸ਼ਰ ਕੀ ਕਹਿੰਦਾ ਇਹੋ ਜਿਹੇ ਲੋਕਾਂ ਨੂੰ? ਤਾਂ ਪੜਾਂਗੇ ਯਸ਼ਾਇਆ ਨਬੀ ਦੀ ਕਿਤਾਬ, ਉਹਦਾ 59 ਅਧਿਆਏ ਦੀ 2 ਆਇਤ ਪੜਾਂਗੇ। 59 ਦੀ 2। ਅੱਜ ਹਰ ਇਨਸਾਨ ਸ਼ਾਂਤੀ ਪਾਉਣੀ ਚਾਹੁੰਦਾ ਆ ਕਿ ਮੇਰੇ ਅੰਦਰ ਸਕੂਨ ਆ ਜਾਵੇ, ਸ਼ਾਂਤੀ ਆ ਜਾਵੇ, ਮੈਨੂੰ ਚੈਨ ਮਿਲ ਜਾਵੇ, ਮੈਨੂੰ ਆਰਾਮ ਮਿਲ ਜਾਵੇ। ਅਗਰ ਉਹ ਪਾਉਣ ਦੇ ਲਈ ਅਲੱਗ-ਅਲੱਗ ਜਗ੍ਹਾ ਤੇ ਜਾਂਦੇ, ਜਦੋਂ ਨਹੀਂ ਮਿਲਦਾ ਤਾਂ ਆਪ ਭਗਤੀ ਕਰਦੇ ਹੋਏ ਪਰਮੇਸ਼ਰ ਨੂੰ ਪੁਕਾਰਦੇ ਆ। ਕਿਸੇ ਭਗਤ ਦੀ ਸਲਾਹ ਲੈਂਦੇ ਆ ਕਿ ਤੁਸੀਂ ਸਾਨੂੰ ਦੱਸੋ ਕਿ ਸਾਨੂੰ ਚੈਨ ਕਿਵੇਂ ਮਿਲੇਗਾ, ਸੁੱਖ ਕਿਵੇਂ ਮਿਲੇਗਾ। ਤਾਂ ਭਗਤ ਵੀ ਅਲੱਗ-ਅਲੱਗ ਤਰੀਕੇ ਦੇ ਨਾਲ, ਅਲੱਗ-ਅਲੱਗ ਤਰ੍ਹਾਂ ਦੇ ਭਗਤ ਅਲੱਗ-ਅਲੱਗ ਤਰੀਕੇ ਦੇ ਨਾਲ ਉਹਨਾਂ ਨੂੰ ਦੱਸਦੇ ਆ ਕਿ ਆਹ ਕੰਮ ਕਰ, ਫਲਾਣਾ ਕੰਮ ਕਰ। ਲੇਕਿਨ ਅਸਲ ਦੇ ਵਿੱਚ ਘਟਨਾ ਕੀ ਆ? ਤੁਹਾਡੇ ਪਾਪ ਨੇ ਤੁਹਾਨੂੰ ਫੜਿਆ। ਪਾਪ ਤੋਂ ਮੁਕਤੀ ਪਾਉਣੀ ਬਹੁਤ ਜ਼ਰੂਰੀ ਆ। ਉਧਰ ਅਸੀਂ ਅਧਰੰਗੀ ਦੇ ਬਾਰੇ ਜੋ ਉਦਾਹਰਨ ਵੇਖ ਰਹੇ ਸੀ, ਜੋ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ, ਤਾਂ ਅਧਰੰਗੀ ਦੇ ਪਾਪ ਜਦੋਂ ਪ੍ਰਭੂ ਯਿਸੂ ਮਸੀਹ ਨੇ ਮਾਫ ਕੀਤੇ, ਉਹਦੀ ਅਧਰੰਗ ਦੀ ਬਿਮਾਰੀ ਜਾਂਦੀ ਰਹੀ, ਔਰ ਉਹਨੇ ਕਿਹਾ ਆਪਣੀ ਮੰਜੀ ਚੁੱਕ ਕੇ ਆਪਣੇ ਘਰ ਨੂੰ ਚਲਿਆ ਜਾ। ਤਾਂ ਕੁਝ ਉਧਰ ਫਰੀਸੀ ਗ੍ਰੰਥੀ ਖਲੋਤੇ ਸੀ। ਫਰੀਸੀਆਂ ਨੇ ਆਪਣੇ ਮਨ ਵਿੱਚ ਸੋਚਿਆ ਕਿ ਇਹ ਇਨਸਾਨ ਹੋ ਕੇ ਕਿਵੇਂ ਪਾਪ ਮਾਫ ਕਰ ਸਕਦਾ। ਤਾਂ ਫਿਰ ਯਿਸੂ ਮਸੀਹ ਨੇ ਉਧਰ ਗੱਲ ਕਹੀ, ਕਹਿੰਦਾ ਸਿਰਫ ਪਾਪ ਮਾਫ ਕਰਨ ਦਾ ਇਖਤਿਆਰ ਮੈਨੂੰ ਹੀ ਦਿੱਤਾ ਗਿਆ, ਹੋਰ ਕਿਸੇ ਦੇ ਕੋਲ ਨਹੀਂ ਆ। ਤੁਹਾਨੂੰ ਪਤਾ ਲੱਗ ਜਾਵੇ ਕਿ ਪਾਪ ਮਾਫ ਕਰਨ ਦਾ ਅਧਿਕਾਰ ਮੇਰੇ ਕੋਲ ਆ। ਇਸ ਲਈ ਇਹ ਕੰਮ ਪਰਮੇਸ਼ਰ ਨੇ ਉਧਰ ਕੀਤਾ, ਪ੍ਰਭੂ ਨੇ ਉਧਰ ਕੀਤਾ, ਤਾਂ ਕਿ ਲਾਗੇ ਚਾਗੇ ਦੇ ਸਾਰੇ ਲੋਕਾਂ ਨੂੰ ਤੇ ਸਾਨੂੰ, ਜੋ ਅੱਜ ਅਸੀਂ ਉਸ ਵਚਨ ਨੂੰ ਪੜ੍ਹ ਰਹੇ ਹਾਂ, ਤੇ ਸਾਨੂੰ ਵੀ ਪਤਾ ਲੱਗ ਜਾਵੇ ਕਿ ਪਰਮੇਸ਼ਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਸਿਰਫ ਪਾਪ ਮਾਫ ਕਰਨ ਦਾ ਅਧਿਕਾਰ ਆ। ਹਾਲੇਲੂਇਆ। ਤਾਂ ਮੇਰੇ ਪਿਆਰਿਓ, ਚੰਗਿਆਈ ਤੁਹਾਨੂੰ ਕਿਤੋਂ ਵੀ ਮਿਲ ਸਕਦੀ ਆ, ਸ਼ਿਫਾ ਤੁਹਾਨੂੰ ਕਿਤੋਂ ਵੀ ਮਿਲ ਸਕਦੀ ਆ। ਕਿਸੇ ਵੀ ਧਰਮ ਤੇ ਜਾਂਦੇ ਸਮੇਂ, ਡਾਕਟਰਾਂ ਕੋਲ ਜਾਂਦੇ ਸਮੇਂ ਚੰਗਿਆਈ ਮਿਲ ਸਕਦੀ ਆ। ਹਰ ਇੱਕ ਜਗ੍ਹਾ ਤੋਂ, ਕਿੰਨੇ ਇੱਧਰ ਅਸੀਂ ਕਲਿੱਪ ਵੇਖਦੇ ਆ ਵੀਡੀਓ ਦੇ ਵਿੱਚ, ਅਲੱਗ-ਅਲੱਗ ਜਗ੍ਹਾ ਤੇ ਤੁਹਾਨੂੰ ਚੰਗਿਆਈਆਂ ਮਿਲ ਸਕਦੀਆਂ, ਪਰ ਮੁਕਤੀ ਸਿਰਫ ਇੱਕੋ ਦੇ ਕੋਲੋਂ ਮਿਲਣੀ ਆ। ਉਹਦਾ ਨਾਂ ਆ ਪ੍ਰਭੂ ਯਿਸੂ ਮਸੀਹ। ਹਾਲੇਲੂਇਆ। ਤੇ ਯਿਸੂ ਮਸੀਹ ਤੋਂ ਬਿਨਾਂ ਕਿਸੇ ਦੇ ਕੋਲ ਵੀ ਮੁਕਤੀ ਨਹੀਂ ਆ। ਬਾਕੀ ਸੰਸਾਰ ਦੀਆਂ ਚੀਜ਼ਾਂ ਅਲੱਗ-ਅਲੱਗ ਜਗ੍ਹਾ ਤੋਂ ਜਿੱਧਰੋਂ ਵੀ ਤੁਸੀਂ ਪਾ ਸਕਦੇ ਆ, ਲੇਕਿਨ ਮੁਕਤੀ ਤੁਸੀਂ ਕਿਸੇ ਦੇ ਕੋਲ ਨਹੀਂ ਪਾ ਸਕਦੇ। ਮੁਕਤੀ ਸਿਰਫ ਪ੍ਰਭੂ ਯਿਸੂ ਮਸੀਹ ਦੇ ਕੋਲ ਆ। ਤਾਂ ਇੱਕ ਐਤ ਪੜਾਂਗੇ ਕਿ ਜਦੋਂ ਇਨਸਾਨ ਨੂੰ ਸੁੱਖ ਨਹੀਂ ਮਿਲਦਾ, ਚੈਨ ਨਹੀਂ ਆ, ਆਰਾਮ ਨਹੀਂ ਆ, ਬੇਚੈਨੀ ਹੁੰਦੀ ਆ, ਤਾਂ ਉਹਨੂੰ ਲੱਭਦਾ ਜਦੋਂ ਪਰਮਾਤਮਾ ਨੂੰ ਪੁਕਾਰਦਾ ਆ, ਪਰਮੇਸ਼ਰ ਨੂੰ ਪੁਕਾਰਦਾ ਆ, ਤਾਂ ਪਰਮੇਸ਼ਰ ਉਹਦੇ ਲਈ ਕੀ ਸ਼ਬਦ ਵਰਤਦਾ? ਇੱਧਰ ਪੜਾਂਗੇ ਅਸੀਂ ਕਿ ਕੀ ਲਿਖ ਕੇ ਦਿੰਦਾ। ਹਾਂਜੀ, ਸਗੋਂ ਤੁਹਾਡੀਆਂ ਬਦੀਆਂ ਨੇ, ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਰ ਵਿੱਚ ਹਾਂ ਜੁਦਾਈ ਪਾ ਦਿੱਤੀ ਹੈ। ਹਾਂ ਅਤੇ ਤੁਹਾਡੇ ਪਾਪਾਂ ਨੇ ਜੀ ਉਹਦਾ ਮੂੰਹ ਤੁਹਾਥੋਂ ਲਗਾ ਦਿੱਤਾ ਹੈ, ਭਾਈ ਉਹ ਨਾ ਸੁਣੇ। ਹਾਲੇਲੂਇਆ। ਤੇ ਇਧਰ ਲਿਖਿਆ ਕਿ ਤੁਹਾਡੇ ਪਾਪਾਂ ਨੇ, ਤੁਹਾਡੀਆਂ ਬਦੀਆਂ ਨੇ ਤੁਹਾਡੇ ਤੇ ਤੁਹਾਡੇ ਪਰਮੇਸ਼ਰ 'ਚ ਜੁਦਾਈ ਪਾ ਦਿੱਤੀ ਹੈ। ਤੇ ਹੁਣ ਤੁਹਾਡੀਆਂ ਅਰਦਾਸਾਂ ਬੇਨਤੀਆਂ ਪਰਮੇਸ਼ਰ ਤੱਕ ਨਹੀਂ ਪਹੁੰਚਦੀਆਂ। ਉਹਦਾ ਕਾਰਨ ਪਾਪ ਆ। ਪਾਪ ਨੇ ਫੜਿਆ ਆ, ਉਹਦੇ ਕਾਰਨ ਨਾ ਸੁੱਖ ਆ, ਨਾ ਚੈਨ ਆ, ਨਾ ਆਰਾਮ ਆ, ਸਿਰਫ ਕੀ ਰਹਿੰਦੀ ਆ? ਬੇਚੈਨੀ ਰਹਿੰਦੀ ਆ। ਤਾਂ ਉਹ ਬੇਚੈਨੀ ਅਗਰ ਹਟਾਉਣੀ ਆ ਤਾਂ ਪਾਪ ਤੋਂ ਮੁਕਤੀ ਪਾਉਣੀ ਬਹੁਤ ਜ਼ਰੂਰੀ ਆ। ਸੁੱਖ ਤਾਂ ਹੀ ਆਏਗਾ, ਪਾਪ ਤੋਂ ਮੁਕਤੀ ਪਾਵਾਂਗੇ। ਔਰ ਮੁਕਤੀ ਦੇਣ ਦੇ ਲਈ ਇੱਕੋ ਆਇਤ ਪੜ੍ਹ ਕੇ ਅਸੀਂ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਬੰਦ ਕਰਾਂਗੇ। ਤਾਂ ਮੇਰੇ ਪਿਆਰਿਓ, ਜਿੰਨੀ ਦੇਰ ਤੱਕ ਤੁਸੀਂ ਪਾਪ ਦੇ ਅਧੀਨ ਆ, ਤੁਸੀਂ ਪਾਪ ਕੀਤਾ, ਅਸੀਂ ਪੜ੍ਹਿਆ ਪਾਪ ਕਿਵੇਂ ਸੰਸਾਰ ਦੇ ਵਿੱਚ ਆਇਆ, ਔਰ ਲਿਖਿਆ ਕਿ ਸਭਨਾਂ ਨੇ ਪਾਪ ਕੀਤਾ, ਔਰ ਇੱਕ ਜੰਮਦਾ ਬੱਚਾ ਵੀ ਕਿਵੇਂ ਪਾਪ ਦੇ ਅਧੀਨ ਆ, ਅਸੀਂ ਉਹਦੇ ਬਾਰੇ ਵੀ ਵੇਖਿਆ। ਇੱਕ ਮਨੁੱਖ ਤੋਂ ਪਾਪ ਦੁਨੀਆ ਦੇ ਵਿੱਚ ਆਇਆ, ਉਹਦੀ ਸਾਰੀਆਂ ਗੱਲਾਂ ਨੂੰ ਅਸੀਂ ਵੇਖ ਕੇ ਆਏ ਆ। ਹੁਣ ਜਦੋਂ ਪਾਪ ਦੇ ਵਿੱਚ ਇਨਸਾਨ ਪੈ ਗਿਆ, ਤਾਂ ਪਾਪ ਨੇ ਹਰ ਇੱਕ ਇਨਸਾਨ ਦੀ ਹਾਲਤ ਕੀਤੀ ਆ, ਚਾਹੇ ਉਹ ਕਿਸੇ ਵੀ ਧਰਮ ਦਾ, ਚਾਹੇ ਉਹ ਕਿਸੇ ਵੀ ਮਜ਼ਹਬ ਦਾ, ਚਾਹੇ ਕਿਸੇ ਵੀ ਦੇਸ਼ ਦਾ ਆ, ਕਿਸੇ ਵੀ ਕੰਟਰੀ ਦਾ ਵਾ, ਉਹਦੀ ਹਾਲਾਤ ਕੀ ਕੀਤੀ ਆ ਕਿ ਨਾ ਮੈਨੂੰ ਸੁੱਖ ਆ, ਨਾ ਚੈਨ ਆ, ਨਾ ਆਰਾਮ ਆ, ਸਗੋਂ ਬੇਚੈਨੀ ਰਹਿੰਦੀ ਆ। ਹਰ ਦੂਜੇ ਤੀਜੇ ਬੰਦੇ ਨੂੰ ਅਸੀਂ ਵੇਖ ਲਈਏ ਆਪਣੇ ਲਾਗੇ ਚਾਗੇ ਜਿੱਧਰ ਵੀ ਜਾਂਦੇ ਸਮੇਂ, ਤਾਂ ਹਰ ਇਨਸਾਨ ਨੇ ਵੱਧਦੀ ਮਹਿੰਗਾਈ ਦੇ ਵਿੱਚ, ਵਿਗੜਦੇ ਮਾਹੌਲਾਂ ਦੇ ਵਿੱਚ ਇਹੋ ਕਹਿਣਾ ਕਿ ਨਾ ਸੁੱਖ ਆ, ਨਾ ਚੈਨ ਆ, ਨਾ ਆਰਾਮ ਆ, ਸਿਰਫ ਬੇਚੈਨੀ ਰਹਿੰਦੀ ਆ। ਤੇ ਇਹ ਚੀਜ਼ਾਂ ਲੱਭਣ ਦੇ ਲਈ ਇਨਸਾਨ ਕਿੱਥੇ ਕਿੱਥੇ ਜਾ ਰਿਹਾ, ਕੀ ਕੁਝ ਕਰ ਰਿਹਾ ਵਾ, ਜੋ ਉਹਨੂੰ ਦੱਸਿਆ ਜਾ ਰਿਹਾ ਉਹੀ ਕਰ ਰਿਹਾ, ਪਰਮਾਤਮਾ ਨੂੰ ਪੁਕਾਰ ਰਿਹਾ, ਪਰ ਪਰਮਾਤਮਾ ਤੱਕ ਵੀ ਪੁਕਾਰ ਪਹੁੰਚਣ ਨਹੀਂ ਦੇਈ। ਕਹਿੰਦਾ ਤੇਰੀਆਂ ਪਾਪਾਂ ਨੇ, ਤੇਰੀਆਂ ਬਦੀਆਂ ਨੇ, ਤੇਰੇ ਤੇ ਮੇਰੇ ਵਿੱਚ ਕੀ ਪਾਤੀ ਆ? ਜੁਦਾਈ ਪਾ ਦਿੱਤੀ ਆ। ਬਾਣੀ 'ਚ ਲਿਖਿਆ ਅੱਜ ਤੋਂ 2000 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਜੋ ਪਰਮੇਸ਼ਰ ਆ, ਹੁਣ ਲੋਕ ਇਹਦੇ ਤੇ ਬੜਾ ਸਵਾਲ ਚੁੱਕਦੇ ਆ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ, ਉਹਨੇ ਆਪ ਕਿਹਾ, ਤੁਸੀਂ ਉਹਨੂੰ ਪਰਮੇਸ਼ਰ ਕਿਉਂ ਕਹਿੰਦੇ ਜੇ? ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂਗੇ ਕਿ ਉਹ ਪਰਮੇਸ਼ਰ ਕਿਸ ਤਰ੍ਹਾਂ ਆ। ਹਾਲੇਲੂਇਆ।
ਤੋ ਇਸ ਲਈ ਜਦੋਂ ਪਾਪ ਨੇ ਇਨਸਾਨ ਦੀ ਹਾਲਤ ਇਦਾਂ ਦੀ ਕੀਤੀ ਆ, ਅਗਰ ਉਹਨੇ ਸੁੱਖ ਪਾਉਣਾ ਆ, ਚੈਨ ਪਾਉਣਾ, ਆਰਾਮ ਪਾਉਣਾ, ਤੇ ਉਹਦੇ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਅੱਜ ਤੋਂ 2000 ਸਾਲ ਪਹਿਲਾਂ ਇਸ ਦੁਨੀਆ ਤੇ ਘੱਲਿਆ, ਔਰ ਉਹਨੇ ਆਣ ਕੇ ਉਸ ਜੁਦਾਈ ਦੀ ਕੰਧ ਨੂੰ ਢਾ ਦਿੱਤਾ। ਬਾਣੀ ਦੇ ਵਿੱਚ ਲਿਖਿਆ ਉਹਨੇ ਜੁਦਾਈ ਦੀ ਕੰਧ ਨੂੰ ਢਾ ਦਿੱਤਾ। ਹੁਣ ਅਸੀਂ ਉਹਦੇ ਦੁਆਰਾ ਪਿਤਾ ਪਰਮੇਸ਼ਰ ਦੇ ਕੋਲ ਜਾ ਸਕਦੇ ਹਾਂ, ਆਪਣੇ ਪਾਪਾਂ ਤੋਂ, ਉਹਦੇ ਦੁਆਰਾ ਆਪਣੇ ਪਾਪਾਂ ਤੋਂ ਮਾਫੀ ਪਾ ਸਕਦੇ ਹਾਂ। ਤੇ ਉਹਦੇ ਲਈ ਇਧਰ ਲਿਖੀ ਹੈ ਕਹਿਤ ਰਸੂਲਾਂ ਦੇ ਕਿਤਾਬ 3 ਦੀ 19 ਪੜ੍ਹ ਦਿਆਂਗੇ ਜੀ। ਰਸੂਲਾਂ ਦੇ ਕਿਤਾਬ 3 ਬਾਬ ਉਹਦੀ 19 ਆਇਤ ਪੜ੍ਹ ਦਿਓ। ਇਸ ਲਈ ਤੋਬਾ ਕਰੋ, ਇਸ ਲਈ ਤੋਬਾ ਕਰੋ ਅਤੇ ਮੁੜੋ ਭਾਈ ਤੁਹਾਡੇ ਪਾਪ ਮਿਟਾਏ ਜਾਣ, ਹਾਂ, ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਹਾਲੇਲੂਇਆ। ਤੇ ਇਧਰ ਲਿਖਿਆ ਕਿ ਤੋਬਾ ਕਰੋ। ਕਦੋਂ ਤੋਂ ਤੋਬਾ ਕਰਨੀ ਆ? ਜਿਹੜੀ ਗਲਤੀ ਸਾਡੇ ਪਿਓ ਆਦਮ ਨੇ ਕੀਤੀ ਆ, ਉਹ ਯਿਸੂ ਮਸੀਹ ਦੇ ਆਉਣ ਦੇ ਤੱਕ ਸੁਧਾਰੀ ਨਹੀਂ ਗਈ, ਪਰ ਯਿਸੂ ਮਸੀਹ ਦੇ ਬਲੀਦਾਨ ਤੋਂ ਬਾਅਦ ਹੁਣ ਸਾਡੇ ਕੋਲ ਮੌਕਾ ਆ ਕਿ ਅਸੀਂ ਇਹਨਾਂ ਪਾਪਾਂ ਤੋਂ, ਇਹਨਾਂ ਗਲਤੀਆਂ ਤੋਂ, ਇਹਨਾਂ ਬਦੀਆਂ ਤੋਂ ਤੋਬਾ ਕਰ ਲਈਏ। ਤੋਬਾ ਦਾ ਮਤਲਬ ਕੀ ਆ? ਤੋਬਾ ਦਾ ਮਤਲਬ ਆ ਕਿ ਤੋਬਾ ਕਰਨੀ ਕਿਸ ਤਰ੍ਹਾਂ? ਆਪਣੇ ਸਾਰੇ ਗਲਤੀਆਂ ਨੂੰ, ਆਪਣੇ ਸਾਰੇ ਪਾਪਾਂ ਨੂੰ ਪ੍ਰਭੂ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਗਾੜੀ ਮੰਨ ਕੇ, ਪਰਮੇਸ਼ਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਗਾੜੀ ਮੰਨ ਕੇ ਛੱਡ ਦੇਣਾ। ਮੂੰਹ ਦੇ ਨਾਲ ਇਕਰਾਰ ਕਰਨਾ, ਦਿਲ ਦੇ ਨਾਲ, ਹਿਰਦੇ ਦੇ ਨਾਲ ਮੰਨ ਲੈਣਾ, ਪਰ ਪ੍ਰਭੂ ਨੂੰ ਕਹਿਣਾ, ਪ੍ਰਭੂ ਸਿਰਫ ਮੈਂ ਜਾਣ ਲਿਆ ਤੇਰੀ ਬਾਣੀ ਦੇ ਦੁਆਰਾ ਕਿ ਆਸ਼ੀਸ਼ਾਂ, ਬਰਕਤਾਂ, ਚੰਗਿਆਈ, ਇਹ ਦੁਨੀਆ ਦੀ ਜੋ ਵੀ ਲੋੜਵੰਦ ਚੀਜ਼ਾਂ ਵਾ, ਉਹ ਤੇ ਦੁਨੀਆ ਤੋਂ ਕਿਤੇੋਂ ਵੀ ਮਿਲ ਸਕਦੀਆਂ, ਪਰ ਮੈਂ ਜਾਣ ਲਿਆ ਕਿ ਅਗਰ ਆਤਮਿਕ ਸ਼ਾਂਤੀ ਚਾਹੀਦੀ ਆ ਤਾਂ ਉਹਦੇ ਲਈ ਉਹ ਸ਼ਾਂਤੀ, ਉਹ ਮੁਕਤੀ ਤੇਰੇ ਕੋਲ ਹੀ ਆ। ਉਹ ਤੂੰ ਉਦੋਂ ਦੇਣਾ ਜਦੋਂ ਪਾਪਾਂ ਤੋਂ ਮਾਫੀ ਮਿਲਦੀ ਆ। ਤੇ ਮੇਰੇ ਪਿਆਰਿਓ, ਪਾਪਾਂ ਤੋਂ ਮਾਫੀ ਦੇ ਲਈ ਉਹਨੇ ਕਿਹਾ ਕਿ ਤੋਬਾ ਕਰੋ ਤੇ ਮੁੜੋ। ਅਸੀਂ ਤੋਬਾ ਕਰਨੀ ਆਪਣੇ ਪਾਪਾਂ ਤੋਂ, ਆਪਣੇ ਭੈੜਿਆਂ ਕੰਮਾਂ ਤੋਂ ਤੋਬਾ ਕਰਕੇ ਉਹਦੇ ਗਾੜੀ ਆਪਣੇ ਪਾਪਾਂ ਨੂੰ ਮੰਨ ਕੇ ਛੱਡ ਦੇਣਾ ਕਿ ਪ੍ਰਭੂ ਅੱਜ ਤੋਂ ਬਾਅਦ ਇਹ ਮੈਂ ਕੰਮ ਨਹੀਂ ਕਰਦਾ। ਤੇ ਮੈਂ ਇਨਸਾਨ ਹੁੰਦਾ ਹੋਇਆ ਝੂਠ ਤੋਂ ਬਿਨਾਂ ਨਹੀਂ ਚੱਲ ਸਕਦਾ, ਕਿਉਂਕਿ ਸਾਰੀ ਦੁਨੀਆ ਝੂਠ ਮਾਰਦੀ ਆ, ਸਾਰੀ ਦੁਨੀਆ ਦੇ ਵਿੱਚ ਧੋਖਾਧੜੀ ਆ, ਗਾਲਾਂ ਆ, ਲੜਾਈ ਆ, ਝਗੜਾ ਆ। ਤਾਂ ਮੈਂ ਪਾਪ ਤੋਂ ਬਿਨਾਂ ਇਸ ਦੁਨੀਆ 'ਚ ਚੱਲ ਨਹੀਂ ਸਕਦਾ, ਪਰ ਮੈਂ ਚੱਲਣਾ ਚਾਹੁੰਦਾ ਆ। ਪ੍ਰਭੂ ਜੀ ਤੁਸੀਂ ਮੇਰੀ ਮਦਦ ਕਰੋ। ਤਾਂ ਪ੍ਰਭੂ ਪਵਿੱਤਰ ਆਤਮਾ ਤੁਹਾਨੂੰ ਦੇਗਾ। ਉਸ ਸਮੇਂ ਜੋ ਸਾਡਾ ਸਹਾਇਕ ਆ, ਉਸ ਸਮੇਂ ਉਹ ਤੁਹਾਡੀ ਮਦਦ ਕਰੇਗਾ। ਤੁਸੀਂ ਝੂਠ ਤੋਂ, ਗਾਲਾਂ ਤੋਂ, ਲੜਾਈ ਤੋਂ, ਝਗੜੇ ਤੋਂ ਬਚ ਸਕਦੇ ਆ। ਤੇ ਤੁਹਾਡੀ ਇਧਰ ਲਿਖਿਆ, ਇੱਕ ਵਾਰੀ ਦੁਬਾਰਾ ਇਸ ਆਇਤ ਨੂੰ ਪੜਾਂਗੇ। ਇਸ ਲਈ ਤੋਬਾ ਕਰੋ, ਲਿਖਿਆ ਇਸ ਲਈ ਤੋਬਾ ਕਰੋ ਅਤੇ ਮੁੜੋ, ਭਾਈ ਤੁਹਾਡੇ ਪਾਪ ਮਿਟਾਏ ਜਾਣ, ਭਾਈ ਤੁਹਾਡੇ ਪਾਪ ਮਿਟਾਏ ਜਾਣ, ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਹਾਲੇਲੂਇਆ। ਤੇ ਜਿਹਨੂੰ ਸੁੱਖ ਦੇ ਦਿਨ ਨਹੀਂ ਆ, ਜਿਹਨੂੰ ਨਾ ਸੁੱਖ ਆ, ਨਾ ਚੈਨ ਆ, ਨਾ ਆਰਾਮ ਆ, ਬੇਚੈਨੀ ਰਹਿੰਦੀ ਆ, ਤੇ ਮੇਰੇ ਪਿਆਰਿਓ ਇਹ ਵਚਨ ਉਹਨਾਂ ਦੇ ਲਈ ਆ। ਅੱਜ ਕਹਿੰਦਾ ਤੋਬਾ ਕਰੋ ਤੇ ਮੁੜੋ ਤਾਂ ਕਿ ਤੁਹਾਡੇ ਪਾਪ ਮਿਟਾਏ ਜਾਣਗੇ। ਫਿਰ ਜਿਹੜੇ ਸੁੱਖ ਦੇ ਦਿਨ ਆ ਉਹ ਪ੍ਰਭੂ ਦੇ ਹਜ਼ੂਰੋਂ ਆਉਣਗੇ। ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਮੈਂ ਤੋਬਾ ਕੀਤੀ, ਜਦੋਂ ਮੈਂ ਬਪਤਿਸਮਾ ਲਿਆ, ਮੇਰੇ ਵੀ ਪਾਪ ਮਿਟਾਏ ਗਏ, ਮੇਰੇ ਵੀ ਪਾਪਾਂ ਨੂੰ ਪ੍ਰਭੂ ਨੇ ਮਾਫ ਕੀਤਾ। ਤਾਂ ਪ੍ਰਭੂ ਦੇ ਹਜ਼ੂਰੋਂ ਇੱਕ ਸੁੱਖ ਦੇ ਦਿਨ ਆ ਗਏ, ਮੇਰੇ ਅੰਦਰ ਇੱਕ ਸੁੱਖ ਆ ਗਿਆ। ਇਹਦਾ ਮਤਲਬ ਇਹ ਨਹੀਂ ਆ ਕਿ ਕਦੀ ਹੁਣ ਮੇਰੇ ਤੇ ਦੁੱਖ ਨਹੀਂ ਆਇਆ, ਕਦੀ ਬਿਮਾਰੀ ਨਹੀਂ ਆਈ, ਕਦੀ ਰੁਕਾਵਟ ਨਹੀਂ। ਵੱਧਦੀ ਮਹਿੰਗਾਈ ਨੂੰ ਵੇਖ ਕੇ ਮੈਨੂੰ ਵੀ ਕਈ ਵਾਰੀ ਮੇਰੇ ਵੀ ਦਿਲ 'ਚ ਆਉਂਦਾ ਵਾ, ਔਰ ਜਿਸ ਤਰ੍ਹਾਂ ਹਾਲਾਤ ਵਿਗੜ ਰਹੇ ਆ, ਕਦੀ ਘਰ ਦੇ ਵਿੱਚ ਦੁੱਖ ਆ ਗਿਆ, ਮੇਰੇ ਸਰੀਰ ਦੇ ਵਿੱਚ ਦੁੱਖ ਆ ਗਿਆ, ਆਉਂਦਾ ਆ, ਲੇਕਿਨ ਕਦੀ ਵੀ ਅੰਦਰ ਚਿੰਤਾ ਨਹੀਂ ਆਈ, ਕਿਉਂਕਿ ਅੰਦਰ ਪ੍ਰਭੂ ਦੇ ਹਜ਼ੂਰੋਂ ਸੁੱਖ ਆ ਗਿਆ। ਹੁਣ ਉਹ ਜਿਹੜਾ ਸੁੱਖ ਆ ਉਹ ਕਦੀ ਵੀ ਕਿਸੇ ਵਿਪਤਾ ਦੇ ਦੁਆਰਾ, ਕਿਸੇ ਵੀ ਰੁਕਾਵਟ ਦੇ ਦੁਆਰਾ, ਕਿਸੇ ਵੀ ਬਿਮਾਰੀ ਦੇ ਦੁਆਰਾ ਕਦੇ ਵੀ ਚਿੰਤਾ ਨਹੀਂ ਆਉਣ ਦਿੰਦਾ, ਕਿਉਂਕਿ ਮੇਰੇ ਪਾਪ ਮਾਫ ਹੋਣ ਦੇ ਕਾਰਨ ਪ੍ਰਭੂ ਦੇ ਹਜ਼ੂਰੋਂ ਮੇਰੇ ਲਈ ਸੁੱਖ ਦੇ ਦਿਨ ਆ ਗਏ ਆ। ਤੇ ਜਦੋਂ ਦਾ ਮੈਂ ਤੋਬਾ ਕਰਕੇ ਬਪਤਿਸਮਾ ਲਿਆ, ਪ੍ਰਭੂ ਨੇ ਮੇਰੇ ਪਾਪ ਮਿਟਾ ਦਿੱਤੇ ਆ। ਤੇ ਮੇਰੇ ਅੰਦਰ ਜਦੋਂ ਸੁੱਖ ਦੇ ਦਿਨ ਆਏ ਆ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮੇਰਾ ਕਦੀ ਵੀ ਪਾਪ ਕਰਨ ਦੇ ਲਈ ਮਨ ਨਹੀਂ ਆਉਂਦਾ, ਕਦੀ ਵੀ ਝੂਠ ਬੋਲਣ ਦੇ ਲਈ ਮਨ ਨਹੀਂ ਆਉਂਦਾ। ਅਗਰ ਕਿਤੇ ਜਾਣੇ ਅਣਜਾਣੇ 'ਚ ਬੋਲਿਆ ਵੀ ਜਾਂਦਾ, ਤੇ ਜਦੋਂ ਮੈਂ ਪ੍ਰਾਰਥਨਾ ਕਰਦੇ ਸਮੇਂ ਪ੍ਰਭੂ ਦੇ ਕਦਮਾਂ 'ਚ ਬਹਿੰਦਾ, ਤਾਂ ਪ੍ਰਭੂ ਦਾ ਆਤਮਾ ਯਾਦ ਕਰਾਉਂਦਾ, ਤੇ ਸਾਰੇ ਪਾਪਾਂ ਨੂੰ ਮੈਂ ਉਹਦੇ ਘੜੀ ਰੋਜ਼, ਜਿਹੜੇ ਜਾਣੇ ਜਾਣੇ ਦੇ ਵਿੱਚ ਹੁੰਦੇ, ਜਾਣ ਬੁੱਝ ਕੇ ਨਹੀਂ, ਜੋ ਜਾਣੇ ਜਾਣੇ ਦੇ ਵਿੱਚ ਹੁੰਦੇ ਆ, ਤਾਂ ਰਾਤ ਨੂੰ ਜਾਂ ਕਿਸੇ ਵੀ ਟਾਈਮ ਪ੍ਰਭੂ ਦੇ ਚਰਨਾਂ ਵਿੱਚ ਬੈਠ ਕੇ ਪ੍ਰਾਰਥਨਾ ਕਰਦੇ ਸਮੇਂ ਪ੍ਰਭੂ ਦਾ ਆਤਮਾ ਚੇਤੇ ਕਰਾਉਂਦਾ। ਉਹ ਸਾਰੇ ਪਾਪਾਂ ਦੀ ਮਾਫੀ ਜਦੋਂ ਮਿਲ ਜਾਂਦੀ ਆ, ਅੰਦਰ ਇੱਕ ਅਲੱਗ ਸਕੂਨ ਤੇ ਸ਼ਾਂਤੀ ਮਿਲ ਜਾਂਦੀ ਆ। ਮੇਰੇ ਪਿਆਰਿਓ, ਇਹ ਸ਼ਾਂਤੀ ਕਿਤੇ ਨਹੀਂ ਮਿਲਣੀ, ਇਹ ਸਿਰਫ ਪ੍ਰਭੂ ਯਿਸੂ ਮਸੀਹ ਦੇ ਸਕਦਾ ਵਾ। ਉਹ ਕਦੋਂ? ਜਦੋਂ ਤੁਹਾਡੇ ਪਾਪ ਤੋਂ ਤੁਹਾਨੂੰ ਮੁਕਤੀ ਮਿਲੇਗੀ। ਜਿਸ ਤਰ੍ਹਾਂ ਉਸ 38 ਸਾਲ ਦੇ ਰੋਗੀ ਨੂੰ ਉਹਦੇ ਰੋਗ ਤੋਂ ਆਰਾਮ ਮਿਲਿਆ, ਉਹਦੇ ਅੰਦਰ ਇੱਕ ਸਕੂਨ ਆ ਗਿਆ, ਉਹ ਸ਼ਾਂਤੀ ਆ ਗਈ, ਖੁਸ਼ੀ ਦੇ ਨਾਲ ਪ੍ਰਭੂ ਨੂੰ ਜਾ ਕੇ ਮਿਲਿਆ।
ਔਰ ਪ੍ਰਭੂ ਨੇ ਕਿਹਾ ਫਿਰ ਪਾਪ ਨਾ ਕਰੀ, ਕਿਉਂਕਿ ਨਹੀਂ ਤੇ ਇਹਦੋਂ ਵੀ ਵੱਡੀ ਵਿਪਤਾ ਤੇਰੇ ਉੱਤੇ ਆ ਪਵੇਗੀ। ਦਾ ਮਤਲਬ ਪਾਪ ਦੇ ਕਾਰਨ ਵਿਪਤਾ ਆਏਗੀ। ਉਧਰ ਇੱਕ ਅਧਰੰਗੀ ਨੂੰ ਚੰਗਿਆ ਕੀਤਾ, ਉਹ ਅਧਰੰਗੀ ਜਦੋਂ ਚੰਗਾ ਹੋ ਗਿਆ ਤਾਂ ਆਪਣੀ ਮੰਜੀ ਚੁੱਕ ਕੇ, ਜਿਹਨੂੰ ਮੰਜੀ ਤੇ ਲੈ ਕੇ ਆਏ ਉਹ ਮੰਜੀ ਚੁੱਕ ਕੇ ਘਰ ਨੂੰ ਗਿਆ, ਤਾਂ ਉਹਦੇ ਅੰਦਰ ਵੀ ਇੱਕ ਕੀ ਆ ਗਈ, ਸ਼ਾਂਤੀ ਆ ਗਈ। ਇਸ ਕਰਕੇ ਮੇਰੇ ਪਿਆਰਿਓ, ਤੋਬਾ ਕਰੋ ਤੇ ਮੁੜੋ ਤਾਂ ਕਿ ਤੁਹਾਡੇ ਪਾਪ ਮਿਟਾਏ ਜਾਣ ਔਰ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣਗੇ। ਤੇ ਜਿਹੜੇ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਂਦੇ ਆ ਉਹ ਕਦੀ ਵੀ ਜਾਂਦੇ ਨਹੀਂ ਆ। ਹਾਲੇਲੂਇਆ। ਮੇਰੇ ਅੰਦਰ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਮੇਰੇ ਅੰਦਰ ਆਏ ਆ, ਉਹ ਕਦੀ ਵੀ ਜਾਂਦੇ ਨਹੀਂ ਆ। ਹਰ ਹਾਲ ਦੇ ਵਿੱਚ ਸੁੱਖ ਹੀ ਸੁੱਖ ਰਹਿੰਦਾ, ਸ਼ਾਂਤੀ ਰਹਿੰਦੀ ਆ। ਅੱਜ ਪ੍ਰਭੂ ਵੀ ਤੁਹਾਨੂੰ ਉਹ ਸੁੱਖ, ਉਹ ਸ਼ਾਂਤੀ ਦੇਣੀ ਚਾਹੁੰਦਾ ਆ। ਅਗਰ ਤੁਸੀਂ ਤਿਆਰ ਆ, ਉਹਦੇ ਲਈ ਕੀ ਕਰਨਾ ਆ? ਪਰਮੇਸ਼ਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਗਾੜੀ ਆਪਣੇ ਸਾਰੇ ਪਾਪਾਂ, ਪਾਪ ਕੀ ਆ? ਅਸੀਂ ਗਾਲਾਂ ਕੱਢਦੇ ਹਾਂ ਤਾਂ ਪਾਪ ਕਰਦੇ ਹਾਂ, ਲੜਾਈ ਕਰਦੇ ਹਾਂ ਤਾਂ ਪਾਪ ਕਰਦੇ ਹਾਂ, ਚੁਗਲੀ ਕਰਦੇ ਹਾਂ ਤਾਂ ਉਹ ਵੀ ਅਸੀਂ ਪਾਪ ਕਰਦੇ ਹਾਂ, ਅਗਰ ਅਸੀਂ ਨਸ਼ਾ ਕਰਦੇ ਹਾਂ ਤਾਂ ਉਹ ਵੀ ਅਸੀਂ ਪਾਪ ਕਰਦੇ ਹਾਂ, ਅਗਰ ਕਿਸੇ ਦੀ ਵਿਰੋਧਤਾ ਕਰਦੇ ਹਾਂ ਉਹ ਵੀ ਅਸੀਂ ਪਾਪ ਕਰਦੇ ਹਾਂ, ਗੰਦੀਆਂ ਗਾਲਾਂ, ਵਲ ਛਲ ਦੀਆਂ ਗੱਲਾਂ ਸਾਡੇ ਮੂੰਹ ਨਿਕਲਦੀਆਂ ਤੇ ਅਸੀਂ ਉਹ ਵੀ ਪਾਪ ਕਰਦੇ ਹਾਂ। ਇਸੇ ਮੁਤਾਬਕ ਸਾਰਾ ਸੰਸਾਰ ਜਿਹੜਾ ਪਾਪ ਦੇ ਅਧੀਨ ਹੈ, ਔਰ ਪਾਪ ਨੇ ਹਾਲਾਤ ਕੀ ਕੀਤੀ ਆ? ਨਾ ਸੁੱਖ ਨਾ ਚੈਨ ਰਹਿਣ ਦਿੱਤਾ, ਨਾ ਆਰਾਮ, ਸਾਰਿਆਂ ਨੂੰ ਬੇਚੈਨੀ ਲਾਈ ਆ। ਅਗਰ ਉਹ ਬੇਚੈਨੀ ਹਟਾਉਣੀ ਆ, ਸੁੱਖ ਲੈਣਾ, ਤਾਂ ਇੱਧਰ ਲਿਖਿਆ ਇਸ ਲਈ ਤੋਬਾ ਕਰੋ ਤੇ ਮੁੜੋ, ਕਿਉਂਕਿ ਤੁਹਾਡੇ ਪਾਪ ਮਿਟਾਏ ਜਾਣ ਔਰ ਪ੍ਰਭੂ ਦੇ ਹਜ਼ੂਰੋਂ ਤੁਹਾਡੇ ਲਈ ਸੁੱਖ ਦੇ ਦਿਨ ਆਉਣ। ਔਰ ਜਿਹੜਾ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਂਦੇ ਆ, ਸੁੱਖ ਆਉਂਦਾ, ਉਹ ਕਦੀ ਨਹੀਂ ਜਾਂਦਾ। ਕਿਉਂ? ਪੈਸਾ ਕਮਾਇਆ, ਪੈਸੇ ਦੇ ਦੁਆਰਾ ਸੁੱਖ ਦੇ ਦਿਨ ਆਉਣਗੇ, ਤਾਂ ਜਿਵੇਂ ਜਿਵੇਂ ਪੈਸਾ ਖਤਮ ਹੁੰਦਾ ਜਾਏਗਾ ਤਿਵੇਂ ਤਿਵੇਂ ਸੁੱਖ ਵੀ ਜਾਂਦਾ ਰਹੇਗਾ। ਬੱਚਾ ਨਹੀਂ ਹੈਗਾ, ਬੱਚਾ ਮਿਲ ਗਿਆ, ਔਲਾਦ ਮਿਲ ਗਈ ਆ, ਔਲਾਦ ਦੇ ਨਾਲ ਸੁੱਖ ਦੇ ਦਿਨ ਆ ਗਏ ਆ। ਜਿਵੇਂ ਜਿਵੇਂ ਔਲਾਦ ਵੱਡੀ ਹੋ ਗਈ ਤਾਂ ਔਲਾਦ ਨੂੰ ਬੜੇ ਚਾਵਾਂ ਦੇ ਨਾਲ ਪਾਲਿਆ, ਬੜੀਆਂ ਉਹਦੀਆਂ ਰੀਝਾਂ ਪੂਰੀਆਂ ਕੀਤੀਆਂ, ਖੁਆਇਸ਼ਾਂ ਪੂਰੀਆਂ ਕੀਤੀਆਂ। ਜਦੋਂ ਉਹਦੀ ਹਰ ਇੱਕ ਜ਼ਰੂਰਤ ਨੂੰ ਪੂਰੀਆਂ ਕੀਤਾ, ਅੱਛੀ ਨੌਕਰੀ ਤੇ ਲੱਗ ਗਿਆ, ਉਹ ਵਿਆਹਿਆ ਗਿਆ। ਵਿਆਹੇ ਜਾਣ ਤੋਂ ਬਾਅਦ ਦੇਖਭਾਲ ਨਹੀਂ ਕਰਦਾ, ਸੁਣਦਾ ਨਹੀਂ ਆ, ਤਾਂ ਔਲਾਦ ਵੱਲੋਂ ਵੀ ਜਿਹੜਾ ਸੁੱਖ ਮਿਲਿਆ ਉਹ ਵੀ ਜਾਂਦਾ ਰਹੇਗਾ, ਕਿਉਂਕਿ ਜਦੋਂ ਉਹ ਪੁੱਛਦਾ ਗਿੱਛਦਾ ਨਹੀਂ ਆ। ਅੱਜ ਜ਼ਿਆਦਾਤਰ ਕੀ ਹੋ ਰਿਹਾ? ਮਾਪਿਆਂ ਦੇ ਅਣ ਆਗਿਆਕਾਰ ਨੇ ਲੋਕ, ਮਾਂ ਪਿਓ ਨੂੰ ਪੁੱਛਦੇ ਨਹੀਂ ਆ। ਤੇ ਮੇਰੇ ਪਿਆਰਿਓ, ਦੁਨੀਆ ਵੱਲੋਂ ਆਏ ਹੋਏ, ਦੁਨੀਆ ਦੀਆਂ ਚੀਜ਼ਾਂ ਵੱਲੋਂ ਆਇਆ ਹੋਇਆ ਸੁੱਖ ਚਲਿਆ ਜਾਂਦਾ। ਅਗਰ ਤੁਹਾਡੇ ਰਿਸ਼ਤੇਦਾਰ ਤੁਹਾਡੀ ਸਪੋਰਟ ਕਰਦੇ ਆ ਤਾਂ ਰਿਸ਼ਤੇਦਾਰਾਂ ਨੇ ਸਪੋਰਟ ਕਰਨੀ ਬੰਦ ਕਰ ਦਿੱਤੀ। ਰਿਸ਼ਤੇਦਾਰਾਂ ਦੇ ਦੁਆਰਾ ਬੜੀ ਉਹਨਾਂ ਦੀ ਸਪੋਰਟ ਆ ਤਾਂ ਉਹਦੇ ਦੁਆਰਾ ਬੜਾ ਸੁੱਖ ਆ। ਰਿਸ਼ਤੇਦਾਰਾਂ ਨੇ ਸਪੋਰਟ ਕਰਨੀ ਬੰਦ ਕਰ ਦਿੱਤੀ ਤਾਂ ਸੁੱਖ ਜਾਂਦਾ ਰਹੇਗਾ। ਪਰ ਮੇਰੇ ਪਿਆਰਿਓ, ਜਿਹੜਾ ਪ੍ਰਭੂ ਵੱਲੋਂ ਸੁੱਖ ਆਉਂਦਾ ਉਹ ਕਦੀ ਵੀ ਜਾਂਦਾ ਨਹੀਂ ਹੈ। ਜਿਹੜਾ ਪ੍ਰਭੂ ਦੇ ਹਜ਼ੂਰੋਂ ਆਉਂਦਾ, ਕਾਰੋਬਾਰ ਦੇ ਦੁਆਰਾ ਸੁੱਖ ਆਏਗਾ, ਕਾਰੋਬਾਰ ਅੱਛਾ ਆ, ਵਧੀਆ ਕਾਰੋਬਾਰ ਚੱਲਦਾ ਤਾਂ ਸੁੱਖ ਰਹੇਗਾ। ਕਾਰੋਬਾਰ ਹੌਲੀ ਹੌਲੀ ਘਟਣਾ ਸ਼ੁਰੂ ਹੋ ਗਿਆ, ਬੰਦ ਹੋ ਗਿਆ, ਤਾਂ ਉਹ ਵੀ ਸੁੱਖ ਜਾਂਦਾ ਰਹੇਗਾ। ਪਰ ਪ੍ਰਭੂ ਦੇ ਹਜ਼ੂਰੋਂ ਜਦੋਂ ਸੁੱਖ ਆਏਗਾ, ਚਾਹੇ ਕਾਰੋਬਾਰ ਚੱਲੇ ਚਾਹੇ ਨਾ ਚੱਲੇ, ਚਾਹੇ ਬੱਚੇ ਆਗਿਆਕਾਰੀ ਕਰਨ ਚਾਹੇ ਨਾ ਕਰਨ, ਰਿਸ਼ਤੇਦਾਰ ਚਾਹੇ ਪੁੱਛਣ ਚਾਹੇ ਨਾ ਪੁੱਛਣ, ਪਰਮੇਸ਼ਰ ਦਾ ਸਾਥ ਹਮੇਸ਼ਾ ਤੁਹਾਡੇ ਨਾਲ ਰਹੇਗਾ। ਪਰਮੇਸ਼ਰ ਤੁਹਾਡੇ ਨਾਲ ਰਹੇਗਾ। ਜਦੋਂ ਪਾਪ ਨਹੀਂ ਅੰਦਰ ਹੋਣਗੇ ਤਾਂ ਉਹ ਪਰਮੇਸ਼ਰ ਦਾ ਸੁੱਖ, ਉਹ ਪਰਮੇਸ਼ਰ ਦੀ ਸ਼ਾਂਤੀ, ਉਹ ਚੈਨ ਰਹੇਗਾ। ਤਾਂ ਤੁਸੀਂ ਕਦੀ ਵੀ, ਤੁਹਾਨੂੰ ਦੁੱਖ ਦੇ ਵਿੱਚ ਕੋਈ ਨਹੀਂ ਵੇਖੇਗਾ। ਤਾਂ ਬਾਕੀ ਦੇ ਲੋਕ ਵੀ ਗੱਲਾਂ ਕਰਨਗੇ ਕਿ ਇਹਦੇ ਕੋਲ ਚਾਹੇ ਰੋਟੀ ਵੀ ਖਾਣ ਦੇ ਲਈ ਨਹੀਂ ਹੁੰਦੀ, ਚਾਹੇ ਇਹਨੂੰ ਕਿੰਨੀ ਵੀ ਬਿਮਾਰੀ ਆਈ ਆ, ਚਾਹੇ ਕਿੰਨੀ ਵੀ ਰੁਕਾਵਟ, ਕਿੰਨੀ ਵੀ ਮੁਸੀਬਤ ਪੈ ਜਾਵੇ, ਇਹਨੂੰ ਹਮੇਸ਼ਾ ਖੁਸ਼ੀ ਵੇਖੀਦਾ। ਤਾਂ ਉਹ ਵੀ ਪੁੱਛਣਗੇ ਖੁਸ਼ੀ ਦਾ ਰਾਜ ਕੀ ਆ? ਤਾਂ ਖੁਸ਼ੀ ਦੇ ਨਾਲ ਤੁਸੀਂ ਦੱਸੋਗੇ ਕਿ ਇਹ ਜਿਹੜੀ ਖੁਸ਼ੀ, ਇਹ ਜਿਹੜਾ ਸੁੱਖ, ਇਹ ਜਿਹੜਾ ਚੈਨ ਆਇਆ, ਇਹ ਦੁਨੀਆ ਦੀਆਂ ਚੀਜ਼ਾਂ ਦੇ ਨਾਲ ਨਹੀਂ ਆਇਆ। ਦੁਨੀਆ ਇਹ ਚੈਨ ਖੋ ਨਹੀਂ ਸਕਦੀ। ਇਹ ਚੈਨ ਪ੍ਰਭੂ ਦੇ ਹਜ਼ੂਰੋਂ ਆਇਆ, ਸਵਰਗ ਦੇ ਵਿੱਚੋਂ ਆਇਆ ਵਾ, ਪਾਪ ਮਾਫ ਹੋਣ ਦੇ ਨਾਲ ਆਇਆ। ਇਸ ਕਰਕੇ ਇਹ ਚੈਨ ਕਦੀ ਵੀ ਜਾ ਨਹੀਂ ਸਕਦਾ। ਹਾਲੇਲੂਇਆ। ਤੋ ਖੁਦਾ ਤੁਹਾਨੂੰ ਇਸ ਵਚਨ ਦੇ ਦੁਆਰਾ ਬਰਕਤ ਦੇਵੇ। ਪਰ ਮੈਂ ਉਮੀਦ ਕਰਦਾ ਕਿ ਪੂਰੀ ਤਰ੍ਹਾਂ ਵਚਨ ਤੁਹਾਨੂੰ ਸਮਝ ਆਇਆ ਹੋਊਗਾ। ਪਾਪ ਦੇ ਬਾਰੇ ਸਿੱਖਿਆ, ਥੋੜਾ ਕੁਝ ਸਿੱਖਿਆ ਵਾ, ਹੋਰ ਇਹਦੇ ਲਈ ਬਹੁਤ ਗਹਿਰਾਈਆਂ ਵਾ। ਆਉਣ ਵਾਲੇ ਸਮੇਂ ਦੇ ਵਿੱਚ ਅਗਰ ਪ੍ਰਭੂ ਦੀ ਇੱਛਾ ਤੇ ਅਸੀਂ ਉਹਨਾਂ ਨੂੰ ਸਿੱਖਾਂਗੇ। ਤੋ ਧੰਨਵਾਦ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਹਾਲੇਲੂਇਆ।